ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PSTET, CTET, ਮਾਸਟਰ ਕੇਡਰ, NTT ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇ, ਯਾਨੀ ਕਿ ਜਿਹੜੇ ਮੌਲਿਕ ਜਾਂ ਮੂਲ ਅਧਿਕਾਰ ਜਿਹੜੇ ਸਾਡੇ ਹੈਗੇ ਨੇ, ਸੋ ਉਹਨਾਂ ਬਾਰੇ ਡਿਸਕਸ ਕਰਾਂਗੇ। ਸੋ ਕਾਫੀ ਡਿਟੇਲ ਦੇ ਵਿੱਚ ਇਹ ਜਿਹੜਾ ਟੌਪਿਕ ਵੀ ਰਹੇਗਾ ਔਰ ਇਸ ਤੋਂ ਇਲਾਵਾ ਜਿਹੜੇ ਇਸ ਦੇ ਵਿੱਚ 15 MCQ ਜਿਹੜੇ ਕਿ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਨੇ, ਇੰਪੋਰਟੈਂਟ ਨੇ, ਸਿਰਫ ਉਹਨਾਂ ਨੂੰ ਆਪਾਂ ਇਹਦੇ ਵਿੱਚ MCQ ਰੂਪ ਦੇ ਵਿੱਚ ਵੀ ਜਿਹੜਾ ਡਿਸਕਸ ਕਰਾਂਗੇ। ਸੋ ਪੋਲੀਟੀਕਲ ਸਾਇੰਸ ਦਾ ਟੌਪਿਕ ਰਹੂਗਾ ਜੋ ਤੁਹਾਨੂੰ ਮਾਸਟਰ ਕੇਡਰ, ETT ਕੇਡਰ, NTT, ਪੰਜਾਬ ਪੁਲਿਸ, PSPCL ਅਤੇ PSTET ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ। ਸੋ ਕੋਸ਼ਿਸ਼ ਰਹੇਗੀ ਕਿ ਜਿਹੜੇ ਨੈਕਸਟ ਟੌਪਿਕ ਮਿਲਣਗੇ ਤੁਹਾਨੂੰ ਉਹਨਾਂ ਦੇ ਨਾਲ MCQ ਜਿਹੜੇ ਨੇ ਉਹ ਐਡ ਕਰ ਦਿੱਤੇ ਜਾਣਗੇ ਔਰ ਇਹਨਾਂ MCQ ਤੋਂ ਇਲਾਵਾ ਜਿਹੜੀਆਂ ਅਲੱਗ ਤੋਂ ਜਿਹੜੇ MCQ ਰਹਿਣਗੇ ਉਹ ਵੱਖ ਰਹਿਣਗੇ, ਬਟ ਜਿਹੜਾ ਥਿਊਰੀ ਦੇ ਨਾਲ MCQ ਹੋਇਆ ਕਰਨਗੇ ਉਹ ਸਿਰਫ ਇੰਪੋਰਟੈਂਟ ਹੀ ਹੋਇਆ ਕਰਨਗੇ, ਯਾਨੀ ਕਿ ਜੋ ਪਹਿਲਾਂ ਪੇਪਰਾਂ ਦੇ ਵਿੱਚ ਆਏ ਹੋਏ ਨੇ ਸਿਰਫ ਉਹਨਾਂ ਦੇ ਵਿੱਚੋਂ ਕੁਝ ਕਲੈਕਟ ਕਰਿਆ ਕਰਾਂਗੇ ਜੋ ਤੁਹਾਨੂੰ ਉਹਦੇ ਨਾਲ ਅਟੈਚ ਕਰਕੇ ਦੇ ਦਿਆ ਕਰਾਂਗੇ। ਓਕੇ ਜੀ, ਤਾਂ ਸ਼ੁਰੂ ਕਰਦੇ ਹਾਂ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ WhatsApp ਗਰੁੱਪ ਜੁਆਇਨ ਕਰਨਾ ਚਾਹੁੰਦੇ ਨੇ ਉਹ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਨੇ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ, ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਇਆ ਤਾਂ ਸ਼ੁਰੂ ਕਰਦੇ ਹਾਂ ਸਾਡੇ ਅੱਜ ਦੇ ਫੰਡਾਮੈਂਟਲ ਰਾਈਟਸ। ਸੋ ਸ਼ੁਰੂਆਤ ਕਰਦੇ ਹਾਂ ਇਸ ਦੇ ਇਤਿਹਾਸ ਤੋਂ ਕਿ ਜਿਹੜੇ ਫੰਡਾਮੈਂਟਲ ਰਾਈਟਸ ਨੇਗੇ ਇਹ ਸਭ ਤੋਂ ਪਹਿਲਾਂ ਕਿਸ ਦੇਸ਼ ਦੇ ਵੱਲੋਂ ਜਿਹੜੇ ਐਕਸੈਪਟ ਕੀਤੇ ਗਏ ਸੀਗੇ। ਅਗਰ ਅਸੀਂ ਸ਼ੁਰੂਆਤ ਕਰੀਏ ਮਨੁੱਖੀ ਅਧਿਕਾਰਾਂ ਦੀ, ਜੋ ਕਿ ਇੱਕ ਸੁਰੱਖਿਆ ਪ੍ਰੋਵਾਈਡ ਕਰਦੇ ਨੇ ਹਰ ਇੱਕ ਮਨੁੱਖ ਨੂੰ ਹਰ ਇੱਕ ਦੇਸ਼ ਦੇ ਵਿੱਚ, ਤਾਂ ਇਹਦੀ ਜਿਹੜੀ ਸ਼ੁਰੂਆਤ ਹੁੰਦੀ ਹੈਗੀ ਉਹ ਫਰਾਂਸ ਦੇ ਵਿੱਚ ਹੁੰਦੀ ਹੈ। ਸੋ ਪਹਿਲੀ ਵਾਰ ਜਿਹੜਾ ਹੈ ਇਹਨਾਂ ਮੌਲਿਕ ਅਧਿਕਾਰਾਂ ਦੀ ਜਿਹੜੀ ਘੋਸ਼ਣਾ ਹੁੰਦੀ ਹੈਗੀ ਆ ਇਹ ਫਰਾਂਸ ਦੀ ਰਾਸ਼ਟਰੀ ਸਭਾ ਦੇ ਦੁਆਰਾ ਜਿਹੜਾ ਐਕਸੈਪਟ ਕੀਤਾ ਜਾਂਦਾ ਹੈ ਕਿ ਹਰ ਇੱਕ ਮਨੁੱਖ ਦੇ ਲਈ ਜਿਹੜੇ ਹੈ ਕੁਝ ਅਧਿਕਾਰ ਜ਼ਰੂਰੀ ਨੇਗੇ, ਰਾਈਟਸ ਜ਼ਰੂਰੀ ਨੇ, ਜੇਕਰ ਉਹ ਸਮਾਜ ਦੇ ਵਿੱਚ ਸਹੀ ਤਰੀਕੇ ਦੇ ਨਾਲ ਡਿਵੈਲਪ ਹੋਣਾ ਚਾਹੁੰਦਾ ਹੈ। ਤਾਂ ਇਸੇ ਲਈ ਹੀ ਜਿਹੜਾ ਫਰਾਂਸ ਦੀ ਸਰਕਾਰ ਨੇ ਫਰਾਂਸ ਦੀ ਰਾਸ਼ਟਰੀ ਸਭਾ ਦੇ ਵਿੱਚ ਇਸ ਨੂੰ 1799 ਦੇ ਵਿੱਚ ਜਿਹੜਾ ਐਕਸੈਪਟ ਕਰ ਲਿਆ ਸੀਗਾ ਕਿ ਹਰ ਇੱਕ ਵਿਅਕਤੀ ਦੇ ਲਈ ਕੁਛ ਜਿਹੜੇ ਮੌਲਿਕ ਅਧਿਕਾਰ ਨੇ, ਮਨੁੱਖੀ ਅਧਿਕਾਰ ਨੇ ਜਿਹੜੇ ਉਹ ਦਿੱਤੇ ਜਾਣਗੇ, ਜਿਹਦੇ ਨਾਲ ਮਨੁੱਖ ਦੀ ਜਿਹੜੀ ਹੈ ਉਹ ਡਿਵੈਲਪਮੈਂਟ ਹੋ ਸਕੇ। ਤਾਂ ਸ਼ੁਰੂਆਤ ਹੁੰਦੀ ਇਸ ਦੀ ਫਰਾਂਸ ਦੇਸ਼ ਤੋਂ, ਜੋ ਕਿ 1799 ਦੇ ਵਿੱਚ ਇਸ ਨੂੰ ਐਕਸੈਪਟ ਕਰਦਾ ਹੈ। ਇਸ ਤੋਂ ਬਾਅਦ ਇਹ 2 ਸਾਲਾਂ ਬਾਅਦ ਸੰਯੁਕਤ ਰਾਸ਼ਟਰ ਅਮਰੀਕਾ ਦੇ ਵਿੱਚ ਐਕਸੈਪਟ ਕੀਤਾ ਜਾਂਦਾ ਹੈ ਔਰ 1791 ਦੇ ਵਿੱਚ, ਠੀਕ ਹੈ, 1799 ਦੇ ਵਿੱਚ ਆਜ਼ਾਦ ਹੁੰਦਾ ਹੈ ਅਤੇ 1791 ਦੇ ਵਿੱਚ ਜਦੋਂ ਇਸ ਦਾ ਸੰਵਿਧਾਨ ਲਾਗੂ ਹੁੰਦਾ ਹੈ ਤਾਂ 2 ਸਾਲ ਬਾਅਦ ਜਿਹੜਾ ਹੈ ਇਸ ਦੀ ਸੰਵਿਧਾਨ ਦੇ ਵਿੱਚ ਪਹਿਲੀਆਂ 9 ਤਰਮੀਮਾਂ ਦੇ ਰਾਹੀਂ ਅਮਰੀਕਾ ਦੇ ਵਿੱਚ ਇੱਥੋਂ ਦੇ ਨਾਗਰਿਕਾਂ ਨੂੰ ਜਿਹੜਾ ਹੈ ਮੌਲਿਕ ਅਧਿਕਾਰ ਜਿਹੜੇ ਨੇ ਉਹ ਪ੍ਰਦਾਨ ਕੀਤੇ ਜਾਂਦੇ ਨੇ। ਇਹ 1791 ਦੇ ਵਿੱਚ ਵਾਪਰਦਾ ਹੈ ਔਰ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਤੋਂ ਹੀ ਸਾਡੇ ਭਾਰਤੀ ਸੰਵਿਧਾਨ ਨੇ ਜਿਹੜੇ ਨੇ ਇਹ ਫੰਡਾਮੈਂਟਲ ਰਾਈਟ ਹੈ ਉਹ ਕਲੈਕਟ ਕੀਤੇ ਨੇ। ਬਹੁਤ ਵਾਰ ਇਹ ਕੁਐਸਚਨ ਆਉਂਦਾ ਹੁੰਦਾ ਹੈ ਕਿ ਅਸੀਂ ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹ ਕਿੱਥੋਂ ਲੈਤੇ ਨੇ, ਤਾਂ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਇਹ ਲੈਤੇ ਸੀਗੇ, ਜੋ ਕਿ ਸੰਸਾਰ ਦਾ ਸਭ ਤੋਂ ਪਹਿਲਾ ਲਿਖਤੀ ਸੰਵਿਧਾਨ ਸੀਗਾ। ਠੀਕ ਹੈ, ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ ਇਹਨਾਂ ਫੰਡਾਮੈਂਟਲ ਰਾਈਟਸ ਨੂੰ ਜਿਹੜਾ ਹੈ ਲਿਖਤੀ ਰੂਪ ਦੇ ਵਿੱਚ ਪ੍ਰੈਜ਼ੈਂਟ ਕੀਤਾ ਸੀ ਔਰ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਪੇਸ਼ ਕਰਨ ਦੇ ਲਈ ਅਮਰੀਕਾ ਦੇ ਸੰਵਿਧਾਨ ਦੇ ਵਿੱਚ 9 ਸੋਧਾਂ ਜਿਹੜੀਆਂ ਹੋਈਆਂ ਸੀ ਪਹਿਲੀਆਂ, ਉਹਨਾਂ ਦੇ ਰਾਹੀਂ ਇਹਨਾਂ ਫੰਡਾਮੈਂਟਲ ਰਾਈਟਸ ਨੂੰ ਜਿਹੜਾ ਹੈ ਅੰਕਿਤ ਕੀਤਾ ਗਿਆ ਸੀ। ਠੀਕ ਹੈ, ਸੋ ਇੱਥੋਂ ਸਾਨੂੰ ਜਿਹੜਾ ਕਹਿ ਸਕਦੇ ਹਾਂ ਸਪਸ਼ਟ ਹੁੰਦਾ ਹੈ ਕਿ ਮੌਲਿਕ ਅਧਿਕਾਰ ਜਿਹੜੇ ਉਹ ਪਹਿਲਾਂ ਵਿਕਸਿਤ ਦੇਸ਼ਾਂ ਦੇ ਵਿੱਚ ਸ਼ੁਰੂ ਹੋਏ, ਫਿਰ ਸਾਡੇ ਭਾਰਤੀ ਸੰਵਿਧਾਨ ਨੇ ਵੀ ਇਸ ਨੂੰ ਐਕਸੈਪਟ ਕੀਤਾ ਕਿ ਇਹ ਸਾਡੇ ਦੇਸ਼ ਦੇ ਜਿਹੜੇ ਵਾਸੀ ਨੇ ਉਹਨਾਂ ਦੇ ਲਈ ਵੀ ਜਿਹੜਾ ਜ਼ਰੂਰੀ ਹੈਗੇ ਨੇ। ਸੋ ਅੱਗੇ ਗੱਲ ਆਉਂਦੀ ਹੈ ਭਾਰਤ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਨੇ ਕਿਹੜੇ ਨੇ, ਕਿਸ ਅਨੁਛੇਦ ਦੇ ਅਧੀਨ ਇਸ ਦੀ ਵਿਵਸਥਾ ਕੀਤੀ ਗਈ ਹੈ, ਸੋ ਉਸ ਬਾਰੇ ਹੈ ਡਿਟੇਲ ਦੇ ਵਿੱਚ। ਸ਼ੁਰੂਆਤ ਕਰਦੇ ਹਾਂ ਇਸ ਦੇ ਇਤਿਹਾਸਕ ਪਿਛੋਕੜ ਦੀ ਕਿ ਕਿਸ ਤਰੀਕੇ ਦੇ ਨਾਲ ਇਹ ਸਾਡੇ ਸੰਵਿਧਾਨ ਦੇ ਵਿੱਚ ਐਡ ਹੋਏ ਸੀ।
ਸੋ ਸਾਡੇ ਸੰਵਿਧਾਨ ਨੇ ਇਹ ਫੰਡਾਮੈਂਟਲ ਰਾਈਟਸ ਸੀਗੇ ਜਿਹੜੇ ਉਹ ਅਮਰੀਕਾ ਦੇ ਸੰਵਿਧਾਨ ਤੋਂ ਲਏ ਸੀ। ਪਲੀਜ਼ ਯਾਦ ਰੱਖਣਾ, ਬਹੁਤ ਵਾਰ ਇਹ ਕੁਐਸਚਨ ਆਉਂਦਾ ਹੁੰਦਾ ਹੈ ਕਿ ਅਮਰੀਕਾ ਦੇ ਸੰਵਿਧਾਨ ਦੇ ਵਿੱਚੋਂ ਅਸੀਂ ਫੰਡਾਮੈਂਟਲ ਰਾਈਟਸ ਜਿਹੜੇ ਉਹ ਲੈਤੇ ਸੀਗੇ। ਅਗਰ ਅਸੀਂ ਗੱਲ ਕਰੀਏ ਸ਼ੁਰੂਆਤ ਦੇ ਵਿੱਚ ਜਦੋਂ ਫੰਡਾਮੈਂਟਲ ਰਾਈਟਸ ਜਿਹੜੇ ਹੈ ਨਾ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਅੰਕਿਤ ਕੀਤੇ ਗਏ ਸੀਗੇ, ਔਰ ਇਸ ਤੋਂ ਬਾਅਦ ਜਦੋਂ ਸਾਡਾ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਤਾਂ ਉਸ ਸਮੇਂ ਸਾਡੇ ਸੰਵਿਧਾਨ ਦੇ ਵਿੱਚ ਟੋਟਲ 7 ਜਿਹੜੇ ਮੌਲਿਕ ਅਧਿਕਾਰ ਸ਼ਾਮਲ ਸੀਗੇ। ਸੱਤਵਾਂ ਜਿਹੜਾ ਅਧਿਕਾਰ ਸੀਗਾ ਉਹ ਸੰਪत्ति ਦਾ ਅਧਿਕਾਰ ਸੀਗਾ, ਜੋ ਕਿ ਇੱਕ ਫੰਡਾਮੈਂਟਲ ਰਾਈਟਸ ਦੇ ਵਿੱਚ ਆਉਂਦਾ ਸੀਗਾ ਜਦੋਂ ਸੰਵਿਧਾਨ ਲਾਗੂ ਹੋਇਆ ਸੀਗਾ। ਪਰ ਦਸੰਬਰ 1978 ਦੇ ਵਿੱਚ ਸੰਸਦ ਨੇ 44ਵੀਂ ਸੰਵਿਧਾਨਿਕ ਸੋਧ ਪਾਸ ਕੀਤੀ ਸੀਗੀ, ਜਿਹਦੇ ਰਾਹੀਂ ਰਾਈਟ ਟੂ ਪ੍ਰੋਪਰਟੀ ਯਾਨੀ ਕਿ ਸੰਪत्ति ਦਾ ਜਿਹੜਾ ਅਧਿਕਾਰ ਸੀ ਉਸ ਨੂੰ ਮੌਲਿਕ ਅਧਿਕਾਰਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ, ਖਤਮ ਕਰ ਦਿੱਤਾ ਅਤੇ ਉਹਨੂੰ ਇੱਕ ਕਾਨੂੰਨੀ ਅਧਿਕਾਰ ਦੇ ਰੂਪ ਦੇ ਵਿੱਚ ਪ੍ਰੈਜ਼ੈਂਟ ਕਰ ਦਿੱਤਾ। ਠੀਕ ਹੈ, ਇਹ ਕੁਐਸਚਨ ਵੀ ਬਹੁਤ ਆਉਂਦਾ ਹੁੰਦਾ ਹੈ ਕਿ ਜਿਹੜਾ ਰਾਈਟ ਟੂ ਪ੍ਰੋਪਰਟੀ ਹੈ ਉਹ ਕਿਸ ਟਾਈਪ ਦਾ ਅਧਿਕਾਰ ਹੈ, ਫੰਡਾਮੈਂਟਲ ਰਾਈਟ ਹੈ, ਮੌਲਿਕ ਕਰਤੱਵ ਹੈ, ਜਾਂ ਫਿਰ ਇਹ ਪੁੱਛ ਲਿਆ ਜਾਂਦਾ ਹੈ ਕਿਸ ਨੂੰ ਵਰਤਮਾਨ ਸਮੇਂ ਕਿਸ ਸੂਚੀ ਦੇ ਵਿੱਚ ਰੱਖਿਆ ਜਾਂਦਾ ਹੈ। ਤਾਂ ਮੌਲਿਕ ਅਧਿਕਾਰਾਂ ਦੇ ਵਿੱਚ ਇਸ ਨੂੰ ਕੱਢ ਦਿੱਤਾ ਗਿਆ ਸੀ, 44ਵੀਂ ਸੋਧ ਦੇ ਰਾਹੀਂ ਕੱਢਿਆ ਗਿਆ ਸੀਗਾ ਅਤੇ ਇਹ ਵਰਤਮਾਨ ਸਮੇਂ ਜਿਹੜਾ ਇਹ ਕਾਨੂੰਨੀ ਜਿਹੜਾ ਅਧਿਕਾਰ ਹੈ ਉਸ ਦੇ ਅਧੀਨ ਇਸ ਨੂੰ ਸ਼ਾਮਲ ਕੀਤਾ ਗਿਆ ਹੈ। ਠੀਕ ਹੈ, ਤਾਂ 44ਵਾਂ ਸੰਸ਼ੋਧਨ ਸੀਗਾ ਅਤੇ 20 ਜੂਨ 1979 ਨੂੰ ਜਿਹੜਾ ਹੈ ਇਸ ਨੂੰ ਸੰਪत्ति ਦੇ ਅਧਿਕਾਰ ਦੇ ਵਿੱਚੋਂ, ਜੋ ਕਿ ਅਨੁਛੇਦ 31 ਅਤੇ 19 ਦੇ ਵਿੱਚ ਸੀਗਾ, ਉਸ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਅਨੁਸੂਚੀ 300 ਕੱਕੇ ਦੇ ਅਧੀਨ ਇਸ ਨੂੰ ਇੱਕ ਕਾਨੂੰਨੀ ਅਧਿਕਾਰ ਜਿਹੜਾ ਹੈ ਉਸ ਦੇ ਰੂਪ ਦੇ ਵਿੱਚ ਪ੍ਰੈਜ਼ੈਂਟ ਕਰ ਦਿੱਤਾ ਗਿਆ ਸੀ। ਠੀਕ ਹੈ, ਸੋ ਬਹੁਤ ਇੰਪੋਰਟੈਂਟ ਹੈ, ਬਹੁਤ ਹੀ ਕੁਐਸਚਨ ਆਉਂਦਾ ਹੁੰਦਾ ਹੈ ਕਿ ਸਾਡੇ ਕੋਲ ਹੈ ਨਾ ਵਰਤਮਾਨ ਸਮੇਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈਗਾ ਗਾ, ਜਾਂ ਪਹਿਲਾਂ ਕਿੰਨੇ ਜਿਹੜੇ ਮੌਲਿਕ ਅਧਿਕਾਰ ਸੀ ਇਹ ਉਹਨਾਂ ਦੇ ਨਾਲ ਜਿਹੜਾ ਸੰਬੰਧਿਤ ਹੈ। ਠੀਕ ਹੈ, 44ਵੀਂ ਸੋਧ ਸੀਗੀ 1979 ਦੇ ਵਿੱਚ ਇਸ ਨੂੰ ਜਿਹੜਾ ਹਟਾ ਦਿੱਤਾ ਗਿਆ ਸੀਗਾ, ਖਤਮ ਕਰ ਦਿੱਤਾ ਗਿਆ ਸੀਗਾ। ਠੀਕ ਹੈ, ਤੇ ਇਹਦੀ ਸ਼ੁਰੂਆਤ ਜਿਹੜੀ ਹੈ ਉਹ ਦਸੰਬਰ 1978 ਦੇ ਵਿੱਚ ਹੁੰਦੀ ਹੈ, ਬਟ ਇਹ ਲਾਗੂ ਅਸਲ ਦੇ ਵਿੱਚ ਜਿਹੜਾ ਹੈ 20 ਜੂਨ 1979 ਨੂੰ ਹੁੰਦਾ ਹੈ। ਓਕੇ, ਇਹ ਚੀਜ਼ ਦਾ ਧਿਆਨ ਰੱਖਣਾ ਕਿਉਂਕਿ ਉੱਪਰ 1978 ਹੈ, ਨੀਚੇ 1979 ਹੈ, ਤੁਸੀਂ ਕਨਫਿਊਜ਼ ਹੋ ਸਕਦੇ ਹੋ। ਸੋ ਇਸ ਲਈ ਧਿਆਨ ਰੱਖਣਾ ਕਿ 1978 ਦੇ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਹੈਗੀ ਹੈ ਅਤੇ ਬਾਅਦ ਦੇ ਵਿੱਚ 20 ਜੂਨ 1979 ਨੂੰ ਇਸ ਨੂੰ ਅਨੁਛੇਦ 31 ਤੋਂ 19 ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਅਨੁਸੂਚੀ 300 ਕੱਕੇ ਦੇ ਵਿੱਚ ਇਸ ਨੂੰ ਸ਼ਾਮਲ ਕਰ ਦਿੱਤਾ ਜਾਂਦਾ ਹੈ, ਜੋ ਕਿ ਇੱਕ ਕਾਨੂੰਨੀ ਅਧਿਕਾਰ ਦੇ ਰੂਪ ਦੇ ਵਿੱਚ ਪੇਸ਼ ਆਉਂਦੀ ਹੈ। ਸੋ ਵਰਤਮਾਨ ਸਮੇਂ ਅਸੀਂ ਗੱਲ ਕਰੀਏ ਤਾਂ ਸਾਡੇ ਕੋਲੇ ਮੌਲਿਕ ਅਧਿਕਾਰ ਯਾਨੀ ਕਿ ਫੰਡਾਮੈਂਟਲ ਜਿਹੜੇ ਰਾਈਟਸ ਨੇ ਉਹਨਾਂ ਦੀ ਸੰਖਿਆ 6 ਹੈਗੀ ਆ। ਇਹ ਕੁਐਸਚਨ ਬਹੁਤ ਆਊਗਾ। ਠੀਕ ਹੈ, ਸੋ ਵਰਤਮਾਨ ਸਮੇਂ ਸਾਡੇ ਕੋਲੇ 6 ਮੌਲਿਕ ਅਧਿਕਾਰ ਜਿਹੜੇ ਉਹ ਮੌਜੂਦ ਨੇ, 7ਵਾਂ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 18 ਦਸੰਬਰ 2002 ਨੂੰ 86ਵੀਂ ਸੰਵਿਧਾਨਿਕ ਸੋਧ ਜਿਹੜੀ ਹੈ ਸੰਸਦ ਦੇ ਦੁਆਰਾ ਪਾਸ ਕੀਤੀ ਜਾਂਦੀ ਹੈ। ਇਸ ਸੰਵਿਧਾਨਿਕ ਸੋਧ ਦੇ ਰਾਹੀਂ ਸਾਨੂੰ ਸਿੱਖਿਆ ਦਾ ਅਧਿਕਾਰ ਜਿਹੜਾ ਦਿੱਤਾ ਜਾਂਦਾ ਹੈ, ਰਾਈਟ ਟੂ ਐਜੂਕੇਸ਼ਨ ਜਿਹੜੀ ਹੈ ਉਹ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ, ਜੋ ਸਾਡੇ ਫੰਡਾਮੈਂਟਲ ਰਾਈਟਸ ਦੇ ਵਿੱਚ ਇਨਕਲੂਡ ਕੀਤੇ ਜਾਂਦੇ ਨੇ। ਸੋ ਇਸ ਬਾਰੇ ਵਿਸ਼ੇਸ਼ ਇਹ ਹੈ ਕਿ ਜਿਹੜਾ ਸਾਡਾ ਰਾਈਟ ਟੂ ਐਜੂਕੇਸ਼ਨ ਵਾਲਾ ਪਾਰਟ ਹੈ, ਸੋ ਇਸ ਨੂੰ ਇੱਕ ਅਲੱਗ ਤੋਂ ਆਰਟੀਕਲ ਨਹੀਂ ਬਣਾਇਆ ਗਿਆ ਸੀਗਾ। ਸੋ ਇਸ ਨੂੰ ਜਿਹੜਾ ਹੈ ਸੁਤੰਤਰਤਾ ਦੇ ਅਧਿਕਾਰ ਦੇ ਅਧੀਨ ਹੀ ਸ਼ਾਮਲ ਕੀਤਾ ਗਿਆ ਸੀ। ਮੀਨਜ਼ ਕਿ ਜਿਹੜੇ 6 ਫੰਡਾਮੈਂਟਲ ਰਾਈਟਸ ਨੇ ਉਹਨਾਂ ਦੇ ਵਿੱਚੋਂ ਇੱਕ ਸੁਤੰਤਰਤਾ ਦਾ ਅਧਿਕਾਰ ਹੈ, ਉਸ ਦੇ ਵਿੱਚ ਹੀ ਸਿੱਖਿਆ ਦੇ ਅਧਿਕਾਰ ਨੂੰ ਜਿਹੜਾ ਹੈ ਉਹ ਸ਼ਾਮਲ ਕਰ ਦਿੱਤਾ ਗਿਆ ਸੀ। ਸੋ ਅੱਗੇ ਡਿਟੇਲ ਦੇ ਵਿੱਚ ਵੀ ਸਮਝਾਂਗੇ ਕਿ ਕਿਵੇਂ ਕੰਮ ਕਰਦਾ ਸੀ। ਠੀਕ ਹੈ, ਸੋ ਬਟ ਇਸ ਨੂੰ 86ਵੀਂ ਸੰਵਿਧਾਨਿਕ ਸੋਧ ਦੇ ਰਾਹੀਂ ਐਡ ਕੀਤਾ ਗਿਆ ਸੀਗਾ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ, ਜਿਸ ਦੇ ਨਾਲ ਸਾਰਿਆਂ ਦੇ ਲਈ ਜਿਹੜਾ ਹੈ ਨਾ ਐਜੂਕੇਸ਼ਨ ਉਹ ਜ਼ਰੂਰੀ ਕਰ ਦਿੱਤੀ ਗਈ ਸੀਗੀ। ਇਸ ਤੋਂ ਇਲਾਵਾ ਤੀਜੇ ਵਿੱਚ ਭਾਗ ਤੀਜੇ ਦੇ ਵਿੱਚ ਜਿਹੜਾ ਅਨੁਛੇਦ 14 ਤੋਂ ਲੈ ਕੇ 32 ਤੱਕ ਮੌਲਿਕ ਅਧਿਕਾਰਾਂ ਦੀ ਜਿਹੜੀ ਹੈ ਵਿਵਸਥਾ ਕੀਤੀ ਗਈ ਹੈ। ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਇਹ ਪੁੱਛਿਆ ਜਾਂਦਾ ਹੈ ਕਿ ਫੰਡਾਮੈਂਟਲ ਰਾਈਟਸ ਦੀ ਜਿਹੜੀ ਵਿਵਸਥਾ ਹੈ ਉਹ ਕਿਹੜੇ ਅਨੁਛੇਦਾਂ ਦੇ ਵਿੱਚ ਕੀਤੀ ਗਈ ਹੈ। ਤਾਂ 14 ਤੋਂ 32 ਦੇ ਅਧੀਨ ਜਿਹੜਾ ਹੈ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਜਿਹੜੇ ਨੇ ਉਹਨਾਂ ਦੀ ਵਿਵਸਥਾ ਕੀਤੀ ਗਈ ਹੈ। ਨੈਕਸਟ ਹੈ, ਸੋ ਇਹ 6 ਜਿਹੜੇ ਮੌਲਿਕ ਅਧਿਕਾਰ ਨੇ ਸੋ ਉਹਨਾਂ ਨੂੰ ਐਕਸਪਲੇਨ ਹੈ, ਸੋ ਕਿਹੜੇ ਅਨੁਛੇਦ ਦੇ ਅਧੀਨ ਕਿਹੜੀ ਹੈ ਨਾ ਸੁਵਿਧਾ ਦਿੱਤੀ ਗਈ ਹੈ। ਸੋ ਇਹ ਸਾਰਾ ਬੜਾ ਡਿਟੇਲ ਦੇ ਵਿੱਚ ਤੁਹਾਨੂੰ ਮਿਲੂਗਾ। ਤਾਂ ਸ਼ੁਰੂਆਤ ਕਰਦੇ ਹਾਂ ਰਾਈਟ ਟੂ ਇਕੁਐਲਿਟੀ, ਜਿਹੜੀ ਕਿ ਸਮਾਨਤਾ ਦਾ ਅਧਿਕਾਰ ਦਿੰਦੀ ਹੈ, ਜੋ ਕਿ 14 ਤੋਂ 18 ਨੰਬਰ ਅਨੁਛੇਦ ਦੇ ਵਿੱਚ ਆਉਂਦੀ ਹੈਗੀ ਆ। ਸਮਾਨਤਾ ਦਾ ਅਧਿਕਾਰ ਹੈ ਕਿ 14 ਤੋਂ 18 ਨੰਬਰ ਅਨੁਛੇਦ ਦੇ ਵਿੱਚ ਸਾਰੇ ਭਾਰਤੀ ਨਾਗਰਿਕ ਜਿਹੜੇ ਭਾਰਤ ਦੇ ਵਿੱਚ ਨਿਵਾਸ ਕਰਦੇ ਨੇ ਉਹ ਸਾਰੇ ਦੇ ਸਾਰੇ ਸਮਾਨ ਨੇ, ਕਾਨੂੰਨ ਦੀ ਨਜ਼ਰਾਂ ਦੇ ਵਿੱਚ ਸਾਰੇ ਜਿਹੜੇ ਵਿਅਕਤੀ ਨੇ ਉਹ ਇੱਕੋ ਜਿਹੇ ਨੇ, ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਜਿਹੜਾ ਉਹ ਨਹੀਂ ਕੀਤਾ ਜਾਊਗਾ, ਨਾ ਅਮੀਰ ਗਰੀਬ, ਨਾ ਜਾਤ ਦੇ ਆਧਾਰ ਦੇ ਉੱਪਰ, ਨਾ ਧਰਮ ਦੇ ਆਧਾਰ ਦੇ ਉੱਪਰ। ਠੀਕ ਹੈ, ਤਾਂ ਉਹਨਾਂ ਨੂੰ ਪੂਰੀ ਜਿਹੜੀ ਸੁਤੰਤਰਤਾ ਹੋਊਗੀ ਸਮਾਨਤਾ ਦੀ, ਕਿ ਕੋਈ ਵੀ ਹੈ ਨਾ ਭੇਦਭਾਵ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਦੇਖਣ ਨੂੰ ਨਹੀਂ ਮਿਲੂਗਾ। ਇਹ ਸਾਡੇ ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ 18 ਦੇ ਵਿੱਚ ਜਿਹੜਾ ਐਕਸਪਲੇਨ ਕੀਤਾ ਗਿਆ ਹੈ। ਸੋ ਪਹਿਲਾ ਹੈ
ਅਨੁਛੇਦ 14। ਸੋ ਅਨੁਛੇਦ 14 ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਕਾਨੂੰਨ ਦੇ ਸਾਹਮਣੇ ਭਾਰਤ ਦਾ ਹਰੇਕ ਨਾਗਰਿਕ ਜਿਹੜਾ ਹੈ ਉਹ ਸਮਾਨ ਹੈ। ਕੋਈ ਵੀ ਵਿਤਕਰਾ ਊਚ ਨੀਚ ਦਾ, ਜਾਤ ਪਾਤ ਦਾ ਜਿਹੜਾ ਉਹ ਨਹੀਂ ਕੀਤਾ ਜਾਊਗਾ। ਠੀਕ ਹੈ, ਜਦੋਂ ਵੀ ਨਿਆਂ ਹੋਵੇਗਾ ਤਾਂ ਉਹ ਸਮਾਨਤਾ ਦੇ ਆਧਾਰ ਦੇ ਉੱਪਰ ਹੋਏਗਾ। ਕੋਈ ਕਹਿ ਸਕਦੇ ਨਾ ਕਿਸੇ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਹੈ ਖਾਸ ਨਹੀਂ ਸਮਝੀ ਜਾਵੇਗੀ ਜਿਹਦੇ ਆਧਾਰ ਦੇ ਉੱਪਰ ਨਿਆਂ ਕੀਤਾ ਜਾਵੇਗਾ, ਬਟ ਸਮਾਨਤਾ ਦਾ ਧਿਆਨ ਰੱਖਿਆ ਜਾਵੇਗਾ ਕਿ ਚਾਹੇ ਉਹ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਕਿਸੇ ਵੀ ਕਾਸਟ ਦੇ ਵਿੱਚੋਂ ਬਿਲੋਂਗ ਕਰਦਾ ਹੈ, ਨਿਆਂ ਹਮੇਸ਼ਾ ਜਿਹੜਾ ਹੈ ਉਹ ਪੱਖ ਦੇ ਵਿੱਚ ਹੋਣਾ ਚਾਹੀਦਾ ਹੈ, ਸੱਚ ਦੇ ਪੱਖ ਦੇ ਵਿੱਚ। ਠੀਕ ਹੈ, ਸੋ ਇਹ ਅਨੁਛੇਦ 14 ਦੇ ਵਿੱਚ ਜਿਹੜਾ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਹੈ ਵਿਤਕਰੇ ਦੀ ਮਨਾਹੀ। ਅਨੁਛੇਦ 15 ਦੇ ਵਿੱਚ ਇਸ ਦਾ ਜਿਹੜਾ ਐਕਸਪਲੇਨ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਜਿਹੜਾ ਹੈ ਉਹ ਨਹੀਂ ਕੀਤਾ ਜਾਊਗਾ। ਠੀਕ ਹੈ, ਚਾਹੇ ਉਹ ਕਿਸੇ ਤਰ੍ਹਾਂ ਦੀ ਐਜੂਕੇਸ਼ਨ ਦੀ ਸੰਸਥਾ ਹੈ, ਚਾਹੇ ਕਿਸੇ ਤਰ੍ਹਾਂ ਦੀ ਨੌਕਰੀ ਦੇ ਨਾਲ ਸੰਬੰਧਿਤ ਹੈ, ਚਾਹੇ ਉਹ ਨਿਆਂ ਦੇ ਨਾਲ ਸੰਬੰਧਿਤ ਹੈ, ਚਾਹੇ ਉਹ ਸੁਸਾਇਟੀ ਦੇ ਵਿੱਚ ਵਿਚਰਨ ਦੀ ਗੱਲ ਹੈ, ਤਾਂ ਸਾਰਿਆਂ ਨੂੰ ਜਿਹੜਾ ਹੈ ਬਰਾਬਰ ਦੇ ਕਹਿ ਸਕਦੇ ਹਾਂ ਨਾ ਮੌਕੇ ਜਿਹੜੇ ਦਿੱਤੇ ਜਾਣਗੇ। ਯਾਨੀ ਕਿ ਕੋਈ ਜਿਹੜੀ ਵਿਤਕਰਾ ਨਹੀਂ ਕੀਤਾ ਜਾਊਗਾ, ਵਿਤਕਰੇ ਦੇ ਆਧਾਰ ਦੇ ਉੱਪਰ ਕਿਸੇ ਚੀਜ਼ ਤੋਂ ਵਾਂਝਿਤ ਨਹੀਂ ਰੱਖਿਆ ਜਾਊਗਾ। ਸੋ ਮੇਨ ਇਹਦੇ ਵਿੱਚ ਆ ਜਾਂਦਾ ਹੈ। ਤੀਸਰਾ ਹੈ ਅਫਸਰਾਂ ਦੀ ਸਮਾਨਤਾ। ਅਨੁਛੇਦ 16 ਦੇ ਵਿੱਚ ਇਸ ਨੂੰ ਐਕਸਪਲੇਨ ਕੀਤਾ ਗਿਆ ਹੈ। ਅਫਸਰਾਂ ਦਾ ਮਤਲਬ ਹੈ ਅਪਰਚੂਨਿਟੀ ਜਿਹੜੀਆਂ ਨੇ, ਯਾਨੀ ਕਿ ਮੌਕੇ ਜਿਹੜੇ ਹੈਗੇ ਨੇ ਉਹਨਾਂ ਦੀ ਸਮਾਨਤਾ ਹੈ। ਹਰ ਇੱਕ ਵਿਅਕਤੀ ਨੂੰ ਜਿਹੜਾ ਹੈ ਉਹ ਬਰਾਬਰ ਦਾ ਮੌਕਾ ਦਿੱਤਾ ਜਾਊਗਾ, ਚਾਹੇ ਉਹ ਜੋਬ ਦੇ ਲਈ ਹੈ, ਚਾਹੇ ਉਹ ਐਗਜ਼ਾਮ ਦੇ ਲਈ ਹੈ, ਚਾਹੇ ਉਹ ਸਮਾਜ ਦੇ ਵਿੱਚ ਵਿਚਰਨ ਦੇ ਲਈ ਹੈ, ਚਾਹੇ ਉਹ ਜਿਹੜੇ ਵਿਚਾਰ ਨੇ ਉਹਨਾਂ ਨੂੰ ਪੇਸ਼ ਕਰਨ ਦੇ ਲਈ ਹੈ। ਕੋਈ ਭੇਦਭਾਵ ਜਿਹੜਾ ਉਹ ਨਹੀਂ ਕੀਤਾ ਜਾਊਗਾ। ਸਾਰਿਆਂ ਨੂੰ ਜਿੰਨੇ ਵੀ ਮੌਕੇ ਸਾਡੇ ਭਾਰਤ ਦੇ ਵਿੱਚ ਮਿਲਣਗੇ ਉਹ ਸਮਾਨਤਾ ਦੇ ਆਧਾਰ ਦੇ ਉੱਪਰ ਮਿਲਣਗੇ, ਕੋਈ ਭੇਦਭਾਵ ਦੇ ਆਧਾਰ ਦੇ ਉੱਪਰ ਨਹੀਂ ਹੋਊਗਾ। ਇਹ ਨਹੀਂ ਹੋਊਗਾ ਕਿਸੇ ਵਿਸ਼ੇਸ਼ ਕੈਟਾਗਰੀ ਦੇ ਲਈ ਵਿਸ਼ੇਸ਼ ਜਿਹੜੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ। ਸੋ ਇੱਕ ਚੀਜ਼ ਹੋਰ ਹੈ ਕਿ SCBC ਬਾਰੇ ਹੁਣ ਇਹਦੇ ਵਿੱਚ ਆ ਜਾਂਦਾ ਹੈ। ਸੋ SCBC ਦਾ ਮਤਲਬ ਹੈ ਕਿ ਜਿਹੜੀਆਂ ਪਛੜੀਆਂ ਹੋਈਆਂ ਜਾਤੀਆਂ ਨੇ, ਜਿਹੜੀਆਂ ਇਕਨੋਮਿਕਲ ਵੀਕ ਨੇ, ਉਹਨਾਂ ਨੂੰ ਅੱਗੇ ਲਿਆਉਣ ਦੇ ਲਈ ਜਿਹੜੇ ਇਹ ਅਫਸਰਾਂ ਦੇ ਵਿੱਚ ਕੁਛ ਰਾਖਵਾਂਕਰਨ ਕੀਤਾ ਜਾਂਦਾ ਹੈ, ਜਿਹਦੇ ਆਧਾਰ ਦੇ ਉੱਪਰ ਕੀ ਹੈ ਕਿ ਜੋ ਪਛੜੇ ਹੋਏ ਲੋਕ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾ ਸਕੇ ਤਾਂ ਕਿ ਜਿਹੜੀ ਭਾਰਤ ਦੀ ਡਿਵੈਲਪਮੈਂਟ ਹੋ ਸਕੇ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਰਾਖਵਾਂ ਸਥਾਨ ਹੈ ਸੋ ਇਹ ਵਿਤਕਰੇ ਦਾ ਨਹੀਂ, ਉਹ ਵਿਤਕਰੇ ਨੂੰ ਪੇਸ਼ ਨਹੀਂ ਕਰਦਾ। ਉਹ ਇਸ ਲਈ ਹੈ ਕਿ ਜਿਹੜਾ ਭਾਰਤ ਹੈ ਉਹ ਡਿਵੈਲਪ ਹੋ ਸਕੇ, ਪਛੜੀਆਂ ਹੋਈਆਂ ਜਾਤੀਆਂ ਨੂੰ ਅੱਗੇ ਲਿਆ ਕੇ ਉਹਨਾਂ ਦੀ ਸਥਿਤੀ ਦੇ ਵਿੱਚ ਸੁਧਾਰ ਕੀਤਾ ਜਾ ਸਕੇ, ਇਸ ਲਈ ਉਹ ਰਾਖਵਾਂਕਰਨ ਹੈ। ਨੈਕਸਟ ਹੈ ਛੂਤ-ਛਾਤ ਦੀ ਸਮਾਪਤੀ। ਇਹ ਕੁਐਸਚਨ ਬਹੁਤ ਆਉਂਦਾ ਹੁੰਦਾ ਹੈ। ਛੂਤ-ਛਾਤ ਦੀ ਜਿਹੜੀ ਅਨਟਚੇਬਿਲਟੀ ਜਿਹੜੀ ਹੈ, ਇਸ ਦੀ ਜਿਹੜੀ ਵਿਵਸਥਾ ਹੈ ਉਹ ਆਰਟੀਕਲ 17 ਦੇ ਵਿੱਚ ਕੀਤੀ ਗਈ ਹੈ। ਯਾਨੀ ਕਿ ਭਾਰਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਛੂਤ-ਛਾਤ ਜਿਹੜੀ ਹੈ ਨਾ ਪ੍ਰਕਿਰਿਆ ਉਹ ਨਹੀਂ ਰਹੇਗੀ। ਅਗਰ ਕੋਈ ਅਜਿਹਾ ਕਰੇਗਾ ਤਾਂ ਕਾਨੂੰਨ ਜਿਹੜਾ ਹੈ ਉਸ ਨੂੰ ਸਜ਼ਾ ਦੇਣ ਦੀ ਸ਼ਕਤੀ ਰੱਖਦਾ ਹੈ। ਛੂਤ-ਛਾਤ ਦਾ ਅਰਥ ਇਹ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਗਰੀਬ ਲੋਕ ਹੁੰਦੇ ਸੀਗੇ, ਠੀਕ ਹੈ, ਜੋ ਬਹੁਤ ਜ਼ਿਆਦਾ ਗਰੀਬ ਹੁੰਦੇ ਸੀ, ਉਹਨਾਂ ਨੂੰ ਜਿਹੜਾ ਹੈ ਨਾ ਅਮੀਰ ਵਰਗ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਸੀਗਾ ਔਰ ਉਹਨਾਂ ਨੂੰ ਦੇਖਣਾ ਜਾਂ ਛੂਹਣਾ ਜਿਹੜਾ ਹੈ ਨਾ ਇੱਕ ਬਹੁਤ ਵੱਡਾ ਜਿਹੜਾ ਸਰਾਪ ਮੰਨਿਆ ਜਾਂਦਾ ਸੀਗਾ, ਜਿਹਦੇ ਆਧਾਰ ਦੇ ਉੱਪਰ ਜੇਕਰ ਕੋਈ ਗਰੀਬ ਵਿਅਕਤੀ ਜਿਹੜਾ ਸੀਗਾ ਉਹਨਾਂ ਨੂੰ ਛੂਹ ਵੀ ਲੈਂਦਾ ਸੀ ਜਾਂ ਦੇਖ ਵੀ ਲੈਂਦਾ ਸੀ ਤਾਂ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਸੀ ਜਾਂ ਉਹਨਾਂ ਦੇ ਕੰਨਾਂ ਦੇ ਵਿੱਚ ਜਿਹੜਾ ਸਿੱਕਾ ਸੀਗਾ ਉਹ ਪਿਘਲਾ ਕੇ ਪਾ ਦਿੱਤਾ ਜਾਂਦਾ ਸੀ। ਤਾਂ ਉਸ ਦੀ ਰੋਕਥਾਮ ਦੇ ਲਈ ਜਿਹੜਾ ਕਹਿ ਸਕਦੇ ਹੈਗੇ ਛੂਤ-ਛਾਤ ਦੀ ਜਿਹੜੀ ਉਹ ਸਮਾਪਤੀ ਕੀਤੀ ਗਈ ਸੀ ਔਰ ਇਸ ਦੇ ਲਈ ਅਨੁਛੇਦ 17 ਜਿਹੜਾ ਹੈ ਉਹ ਵਿਵਸਥਿਤ ਕੀਤਾ ਗਿਆ ਸੀ ਤਾਂ ਕਿ ਭਾਰਤ ਦੇ ਵਿੱਚ ਸਾਰੇ ਲੋਕਾਂ ਨੂੰ ਇੱਕੋ ਜਿਹੀ ਜਿਹੜੀ ਕਹਿ ਸਕਦਾ ਰੱਖਿਆ ਜਾਵੇ, ਹੈ ਨਾ, ਕੋਈ ਭੇਦਭਾਵ ਜਿਹੜਾ ਉਹ ਨਾ ਹੋ ਪਾਵੇ। ਨੈਕਸਟ ਹੈ ਖਿਤਾਬਾਂ ਦਾ ਖਾਤਮਾ। ਅਨੁਛੇਦ 18 ਦੇ ਅਧੀਨ। ਸੋ ਅਨੁਛੇਦ 18 ਜੋ ਲਾਸਟ ਦੇ ਵਿੱਚ ਆਉਂਦਾ ਹੈ ਸਮਾਨਤਾ ਦੇ ਵਿੱਚ ਕਿ ਸਾਰੇ ਲੋਕ ਜਿਹੜੇ ਉਹ ਬਰਾਬਰ ਰਹਿਣਗੇ, ਕਿਸੇ ਤਰ੍ਹਾਂ ਦਾ ਕੋਈ ਜਿਹੜਾ ਕਹਿ ਸਕਦੇ ਹੈਗੇ ਨਾ ਖਿਤਾਬ ਨਹੀਂ ਦਿੱਤਾ ਜਾਊਗਾ, ਯਾਨੀ ਕਿ ਰਾਏ ਬਹਾਦਰ ਜਾਂ ਰਾਜੇ ਦੀ ਜਿਹੜੀ ਕਹਿ ਸਕਦੇ ਖਿਤਾਬ ਆ ਉਹ ਨਹੀਂ ਦਿੱਤਾ ਜਾਊਗਾ। ਠੀਕ ਹੈ, ਜਿਵੇਂ ਕਿ ਪਦਮ ਭੂਸ਼ਣ ਹੋ ਗਿਆ, ਹੈ ਨਾ। ਸੋ ਇਹ ਸਾਰੇ ਜਿਹੜੇ ਇਹ ਅਵਾਰਡਾਂ ਦੇ ਵਿੱਚ ਆਉਂਦੇ ਆ, ਇਹ ਨਾ ਕਿ ਖਿਤਾਬਾਂ ਦੇ ਵਿੱਚ ਆਉਂਦੇ ਆ। ਖਿਤਾਬ ਜਿਵੇਂ ਰਾਏ ਬਹਾਦਰ ਹੋ ਗਿਆ, ਠੀਕ ਹੈ, ਜਾਂ ਰਾਜੇ ਦੀ ਜਿਹੜੀ ਕਹਿ ਸਕਦੇ ਉਪਾਧੀ ਦੇਣਾ, ਇਹ ਸਾਰੇ ਖਿਤਾਬ ਹੈਗੇ ਨੇ, ਇਹਨਾਂ ਦਾ ਜਿਹੜਾ ਖਾਤਮਾ ਕਰ ਦਿੱਤਾ ਗਿਆ ਸੀਗਾ। ਹੁਣ ਸਿਰਫ ਅਤੇ ਸਿਰਫ ਜਿਹੜਾ ਹੈ ਉਹ ਭਾਰਤ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਸਰਕਾਰ ਦਾ ਰਾਜ ਰਹੂਗਾ। ਠੀਕ ਹੈ, ਕੋਈ ਭੇਦਭਾਵ ਵਾਲੀ ਗੱਲ ਇੱਥੇ ਨਹੀਂ ਰਹੂਗੀ। ਤਾਂ ਕਿਤਾਬਾਂ ਦਾ ਖਾਤਮਾ ਜਿਹੜਾ ਹੈ ਉਹ ਅਨੁਛੇਦ 18 ਦੇ ਵਿੱਚ ਕਰ ਦਿੱਤਾ ਗਿਆ ਸੀ। ਨੈਕਸਟ ਹੈ ਫਰੀडम ਦਾ ਰਾਈਟ ਟੂ ਫਰੀडम, ਸੁਤੰਤਰਤਾ ਦਾ ਅਧਿਕਾਰ। ਇਹ 19 ਤੋਂ 22 ਅਨੁਛੇਦ ਦੇ ਵਿੱਚ ਵਰਣਨ ਹੈ। ਸੋ ਇਸ ਦੇ ਸੰਬੰਧੀ ਅਗਰ ਗੱਲ ਕਰੀਏ ਤਾਂ ਸੁਤੰਤਰਤਾਵਾਂ ਨੇ ਜਿਹੜੀਆਂ ਸਾਡੇ ਭਾਰਤੀ ਮੌਲਿਕ ਅਧਿਕਾਰ ਦੇ ਵਿੱਚ 19 ਤੋਂ 22 ਤੱਕ, ਤਾਂ ਇਹ 6 ਪ੍ਰਕਾਰ ਦੀਆਂ ਜਿਹੜੀਆਂ ਸੁਤੰਤਰਤਾਵਾਂ ਨੇਗੀਆਂ ਜੋ ਕਿ ਅਨੁਛੇਦ 19 ਦੇ ਵਿੱਚ ਵਰਣਨ ਨੇ। ਸੋ ਕਿਹੜੀਆਂ 6 ਪ੍ਰਕਾਰ ਦੀਆਂ ਸੁਤੰਤਰਤਾਵਾਂ ਨੇ? ਪਹਿਲਾ ਹੈ ਕਿ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਜਿਹੜੀ ਸੁਤੰਤਰਤਾ ਹੈ, ਸੋ ਉਹ ਸਾਡੀ ਸੁਤੰਤਰਤਾ ਦੇ ਵਿੱਚ ਆਉਂਦੀ ਹੈ ਕਿ ਅਸੀਂ ਕਿਤੇ ਵੀ ਭਾਸ਼ਣ ਦੇ ਸਕਦੇ ਹੈਗੇ ਹਾਂ, ਵਿਚਾਰ ਪ੍ਰਗਟ ਕਰ ਸਕਦੇ ਹਾਂ, ਸਾਡੇ ਉੱਪਰ ਕੋਈ ਰੋਕ ਜਿਹੜੀ ਹੈ ਉਹ ਨਹੀਂ ਲਗਾ ਸਕਦਾ। ਦੂਸਰੀ ਸੁਤੰਤਰਤਾ ਹੈ ਸੋ ਪ੍ਰੈਸ ਦੀ ਸੁਤੰਤਰਤਾ। ਧਿਆਨ ਰੱਖਣਾ ਕਿ ਜਿਹੜਾ ਪ੍ਰੈਸ ਦੀ ਸੁਤੰਤਰਤਾ ਹੈ ਸੋ ਇਸ ਲਈ ਕਿਸੇ ਵਿਸ਼ੇਸ਼ ਆਰਟੀਕਲ ਦੀ ਵਿਵਸਥਾ ਨਹੀਂ ਕੀਤੀ ਗਈ ਹੈ, ਵੈਸੇ ਹੀ ਜਿਹੜਾ ਇਸ ਦੇ ਵਿੱਚ ਇਨਕਲੂਡ ਕੀਤਾ ਹੋਇਆ ਹੈ। ਠੀਕ ਹੈ, ਸੋ ਇਹ ਕੁਐਸਚਨ ਵੀ ਆਉਂਦਾ ਹੁੰਦਾ ਹੈ, ਬਟ ਇਸ ਨੂੰ ਅਸੀਂ ਸੁਤੰਤਰਤਾ ਦੇ ਅਧਿਕਾਰ ਦੇ ਵਿੱਚ ਜਿਹੜਾ ਸ਼ਾਮਲ ਕਰਦੇ ਹੈਗੇ ਆਂਗੇ।
ਪ੍ਰੈਸ ਦਾ ਮਤਲਬ ਹੈ ਕਿ ਜਿਹੜੇ ਅਖਬਾਰਾਂ ਦੇ ਵਿੱਚ ਖਬਰਾਂ ਲਗਵਾਉਂਦੇ ਨੇ ਉਹ ਬੇਝਿਜਕ ਹੋ ਕੇ ਜਾਂ ਨਿਊਜ਼ ਜਿਹੜੀਆਂ ਉਹ ਬਣਾ ਸਕਦੇ ਨੇ, ਕੋਈ ਭੇਦਭਾਵ ਜਿਹੜਾ ਹੈ ਨਾ ਨਹੀਂ ਹੋਊਗਾ, ਯਾਨੀ ਕਿ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸਕਦਾ ਹੈਗਾ ਗਾ, ਜੋ ਸੱਚਾਈ ਹੈ ਉਸੇ ਨੂੰ ਹੀ ਜਿਹੜਾ ਪ੍ਰੈਜ਼ੈਂਟ ਕੀਤਾ ਜਾਊਗਾ। ਦੂਸਰਾ ਹੈ ਹਥਿਆਰਾਂ ਤੋਂ ਬਿਨਾਂ ਸ਼ਾਂਤਮਈ ਰੂਪ ਦੇ ਵਿੱਚ ਇਕੱਤਰ ਹੋਣ ਦੀ ਸੁਤੰਤਰਤਾ। ਸੁਭਾਵਿਕ ਜਿਹਦੀ ਐਗਜ਼ਾਮਪਲ ਹੈ ਕਿਸਾਨ ਯੂਨੀਅਨ ਵਾਲੇ ਜੋ ਵਰਤਮਾਨ ਸਮੇਂ ਬੜੇ ਐਕਟਿਵ ਨੇ, ਹੈ ਨਾ, ਸੋ ਉਹਨਾਂ ਨੇ ਜਿਹੜਾ ਹੈ ਬਿਨਾਂ ਹਥਿਆਰਾਂ ਤੋਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈ ਨਾ ਸੰਘਰਸ਼ ਕਰ ਰਹੇ ਹੈਗੇ ਨੇਗੇ ਔਰ ਇਕੱਠੇ ਹੋਏ ਨੇਗੇ। ਇਕੱਤਰ ਦਾ ਮਤਲਬ ਇਕੱਠੇ ਹੋ ਕੇ ਜਿਹੜਾ ਹੈ ਨਾ ਉਹ ਵਿਰੋਧ ਕਰ ਸਕਦੇ ਨੇ ਜੇਕਰ ਕੋਈ ਚੀਜ਼ ਉਹਨਾਂ ਨੂੰ ਅੱਛੀ ਨਹੀਂ ਲੱਗਦੀ। ਇਹਦਾ ਮਤਲਬ ਹੈ ਕਿ ਹਥਿਆਰਾਂ ਤੋਂ ਬਿਨਾਂ ਸ਼ਾਂਤਮਈ ਤਰੀਕੇ ਦੇ ਨਾਲ ਇਕੱਠੇ ਵੀ ਜਿਹੜੇ ਹੋ ਸਕਦੇ ਨੇ। ਇਹ ਦੂਸਰੀ ਸੁਤੰਤਰਤਾ ਹੈ। ਤੀਸਰੀ ਸੁਤੰਤਰਤਾ ਇਸ ਦੇ ਵਿੱਚ ਹੈ ਸਮੂਹ ਜਾਂ ਸੰਘ ਸਥਾਪਿਤ ਕਰਨ ਦੀ ਸੁਤੰਤਰਤਾ। ਇਹ ਕਿਸੇ ਵੀ ਬੇਸ ਦੇ ਉੱਪਰ ਹੋ ਸਕਦਾ ਹੈ। ਕੋਈ 10 ਜਾਂ 10 ਤੋਂ ਵੱਧ ਵਿਅਕਤੀ ਜਿਹੜੇ ਹਨ ਆਪਣਾ ਸੰਘ ਬਣਾ ਸਕਦੇ ਨੇ, ਬਟ ਇਹ ਹੋਵੇ ਕਿ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਹਥਿਆਰ ਨਹੀਂ ਹੋਣਾ ਚਾਹੀਦਾ, ਹਥਿਆਰਬੰਦ ਨਹੀਂ ਹੋਣੇ ਚਾਹੀਦੇ ਉਹ, ਬਟ ਉਹ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਕੋਈ ਵੀ ਸੰਘ ਜਾਂ ਸੰਗਠਨ ਜਿਹੜਾ ਬਣਾ ਸਕਦੇ ਹੈ। ਇਹ ਭਾਰਤ ਦੇ ਵਿੱਚ ਉਹਨਾਂ ਨੂੰ ਜਿਹੜੀ ਪਰਮਿਸ਼ਨ ਹੈ। ਇਸ ਤੋਂ ਇਲਾਵਾ ਸਮੁੱਚੇ ਭਾਰਤ ਦੇ ਵਿੱਚ ਫਿਰਨ ਤੁਰਨ ਦੀ ਜਿਹੜੀ ਆਜ਼ਾਦੀ ਹੈ। ਸੋ ਭਾਰਤ ਦਾ ਨਾਗਰਿਕ ਬਿਨਾਂ ਕਿਸੇ ਪਾਸਪੋਰਟ ਦੇ ਹੈ ਨਾ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਜਿਹੜਾ ਹੈ ਘੁੰਮ ਫਿਰ ਸਕਦਾ ਹੈ, ਉਹਦੇ ਉੱਪਰ ਕੋਈ ਵੀ ਜਿਹੜੀ ਰੋਕ ਟੋਕ ਉਹ ਨਹੀਂ ਹੋਵੇਗੀ। ਉਹ ਕਿਸੇ ਵੀ ਰਾਜ ਦੇ ਵਿੱਚ ਜਾ ਸਕਦਾ ਹੈ, ਕਿਸੇ ਵੀ ਧਾਰਮਿਕ ਪਲੇਸ ਦੇ ਉੱਪਰ ਜਾ ਸਕਦਾ ਹੈ, ਕਿਸੇ ਵੀ ਸੰਸਥਾ ਦੇ ਵਿੱਚ ਆ ਕੇ ਘੁੰਮ ਫਿਰ ਸਕਦਾ ਹੈ। ਸੋ ਪੰਜਵੀਂ ਹੈ ਦੇਸ਼ ਦੇ ਕਿਸੇ ਵੀ ਭਾਗ ਦੇ ਵਿੱਚ ਰਹਿਣ ਅਤੇ ਨਿਵਾਸ ਸਥਾਨ ਬਣਾਉਣ ਦੀ ਸੁਤੰਤਰਤਾ। ਸੋ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਿਨਾਂ ਭੇਦਭਾਵ ਦੇ ਹੈ ਨਾ ਸੋ ਉਹ ਭਾਰਤ ਦੇ ਕਿਸੇ ਵੀ ਰਾਜ ਦੇ ਵਿੱਚ ਰਹਿ ਸਕਦੇ ਹੈਗੇ ਨੇ ਜਿੱਥੇ ਵੀ ਉਹਨਾਂ ਨੂੰ ਠੀਕ ਲੱਗੇ ਔਰ ਉਹ ਕਿਤੇ ਵੀ ਆਪਣਾ ਜਿਹੜਾ ਘਰ ਬਣਾ ਸਕਦੇ ਹੈਗੇ ਨੇ। ਕੋਈ ਉਹਨਾਂ ਦੇ ਲਈ ਹੈ ਨਾ ਵਿਸ਼ੇਸ਼ ਕੋਈ ਕਾਨੂੰਨ ਜਿਹੜਾ ਉਹ ਨਹੀਂ ਹੈਗਾ ਗਾ। ਇਸ ਤੋਂ ਇਲਾਵਾ ਛੇਵੀਂ ਜਿਹੜੀ ਸੁਤੰਤਰਤਾ ਆ ਜਾਂਦੀ ਹੈ ਕਿ ਕੋਈ ਵੀ ਰੁਜ਼ਗਾਰ, ਕੋਈ ਵੀ ਧੰਦਾ ਜਾਂ ਕਾਰੋਬਾਰ ਜਿਹੜਾ ਹੈ ਉਸ ਦੀ ਸੁਤੰਤਰਤਾ ਹੈ। ਕੋਈ ਸਰਕਾਰ ਵੱਲੋਂ ਇਹ ਫਿਕਸ ਨਹੀਂ ਹੈ ਕਿ ਇਸ ਕਾਸਟ ਦੇ ਜਾਂ ਇਸ ਵਿਅਕਤੀ ਨੂੰ ਜਿਹੜਾ ਹੈ ਇਸ ਟਾਈਪ ਦੀ ਹੀ ਜੋਬ ਮਿਲੇਗੀ। ਸੋ ਜਿਸ ਵੀ ਰੁਜ਼ਗਾਰ ਦੇ ਵਿੱਚ ਉਸਨੂੰ ਇੰਟਰਸਟ ਹੈ ਉਹ ਆਪਣੀ ਇੱਛਾ ਦੇ ਅਨੁਸਾਰ ਉਸ ਰੁਜ਼ਗਾਰ ਨੂੰ ਜਿਹੜਾ ਹੈ ਚੁਣ ਸਕਦਾ ਹੈ ਅਤੇ ਉਹਦੇ ਵਿੱਚ ਆਪਣੀ ਜਿਹੜੀ ਪਰਫਾਰਮੈਂਸ ਹੈ ਉਹ ਦਿਖਾ ਸਕਦਾ ਹੈ। ਸਰਕਾਰ ਨੇ ਨਿਸ਼ਚਿਤ ਕਰੂਗੀ, ਇਹ ਵਿਅਕਤੀ ਦਾ ਇੰਟਰਸਟ ਜਿਹੜਾ ਹੈ ਉਹ ਨਿਸ਼ਚਿਤ ਕਰੇਗਾ ਕਿ ਉਹ ਕਿਸ ਧੰਦੇ ਦੇ ਵਿੱਚ ਜਾਂ ਕਾਰੋਬਾਰ ਦੇ ਵਿੱਚ ਜਾਣਾ ਚਾਹੁੰਦਾ ਹੈ। ਤਾਂ ਇਸ ਲਈ ਉਸਨੂੰ ਪੂਰੀ ਸੁਤੰਤਰਤਾ ਜਿਹੜੀ ਹੈ ਉਹ ਭਾਰਤ ਨੇ ਦਿੱਤੀ ਹੈਗੀ ਹੈ। ਦੂਸਰਾ ਹੈ ਅਪਰਾਧਾਂ ਦੇ ਲਈ ਦੋਸ਼ੀ ਸਿੱਧੀ ਸੰਬੰਧੀ ਸੁਰੱਖਿਆ। ਸੋ ਇੱਥੇ ਗੱਲ ਕੀਤੀ ਗਈ ਹੈ ਕਿ ਜਿਹੜੇ ਅਪਰਾਧੀ ਨੇਗੇ ਉਹਨਾਂ ਨੂੰ ਜਿਹੜਾ ਦੋਸ਼ੀ ਸੰਬੰਧੀ ਵੀ ਜਿਹੜਾ ਕਹਿ ਸਕਦੇ ਹੈਗੇ ਨਾ ਸੁਰੱਖਿਆ ਦਿੱਤੀ ਗਈ ਹੈ। ਸੋ ਇਸ ਦੀ ਵਿਵਸਥਾ ਜਿਹੜੀ ਹੈ ਉਹ ਅਨੁਛੇਦ 20 ਦੇ ਵਿੱਚ ਦਿੱਤੀ ਗਈ ਹੈ। ਇਸ ਦੇ ਅਨੁਸਾਰ ਇਹ ਹੈ ਕਿ ਇਹ ਸੁਤੰਤਰਤਾ ਹੀ ਹੈ ਕਿ ਅਪਰਾਧ ਕੀਤੇ ਹੋਏ ਵਿਅਕਤੀ ਵੀ ਜਿਹੜਾ ਹੈ ਨਾ ਆਪਣੇ ਤਰੀਕੇ ਨਾਲ ਜੀ ਸਕਦਾ ਹੈ। ਸੋ ਇਸ ਦੇ ਅਨੁਸਾਰ ਹੈ ਕਿ ਵਿਅਕਤੀ ਨੂੰ ਕਿਸੇ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੋ ਕਾਨੂੰਨ ਉਸਦੇ ਅਪਰਾਧ ਕਰਨ ਸਮੇਂ ਲਾਗੂ ਨਹੀਂ ਸੀ। ਧਿਆਨ ਦੇਣਾ ਕਿ ਅਨੁਛੇਦ 20 ਦੇ ਵਿੱਚ ਇਹ ਵਿਸਤ੍ਰਿਤ ਹੈ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਕੋਈ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਹਦੇ ਲਈ ਜਿਹੜਾ ਕਾਨੂੰਨ ਉਹ ਬਣਿਆ ਹੋਣਾ ਚਾਹੀਦਾ ਹੈ ਉਸ ਸਜ਼ਾ ਦੇ ਲਈ। ਬਟ ਜੇਕਰ ਕੋਈ ਉਹ ਅਜਿਹਾ ਕ੍ਰਾਈਮ ਕਰ ਦਿੰਦਾ ਹੈ ਜਿਸ ਪ੍ਰਤੀ ਪਹਿਲਾਂ ਤੋਂ ਕੋਈ ਕਾਨੂੰਨ ਨਹੀਂ ਹੈਗਾ ਤਾਂ ਉਸ ਪ੍ਰਤੀ ਉਸ ਨੂੰ ਸਜ਼ਾ ਜਿਹੜੀ ਹੈ ਉਹ ਨਹੀਂ ਦਿੱਤੀ ਜਾਂਦੀ ਹੈਗੀ। ਸੋ ਇਹ ਧਿਆਨ ਰੱਖਣਾ। ਦੂਸਰਾ ਹੈ ਕਿਸੇ ਵੀ ਵਿਅਕਤੀ ਨੂੰ ਇੱਕ ਹੀ ਅਪਰਾਧ ਦੇ ਲਈ ਵਾਰੀ ਜਿਹੜੀ ਹੈ ਉਹ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਾਂ ਇੱਕ ਤੋਂ ਵੱਧ ਵਾਰ ਜਿਹੜੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਜੇਕਰ ਉਸਨੇ ਕੋਈ ਕ੍ਰਾਈਮ ਕੀਤਾ ਹੈ ਤਾਂ ਉਸ ਨੂੰ ਸਿਰਫ ਇੱਕ ਵਾਰ ਹੀ ਜਿਹੜਾ ਅਰੈਸਟ ਕਰਕੇ ਸਜ਼ਾ ਦਿੱਤੀ ਜਾਊਗੀ। ਦੁਬਾਰਾ ਤੋਂ ਉਸਨੂੰ ਇਹ ਨਹੀਂ ਹੈ ਕਿ ਹੈ ਨਾ ਦਿਲ ਕੀਤਾ ਜਿਹੜੀ ਪੁਲਿਸ ਹੈ ਉਸਨੂੰ ਦੁਬਾਰਾ ਹੈ ਨਾ ਕੈਦ ਦੇ ਵਿੱਚ ਲਾਈ ਜਾਵੇ ਜਾਂ ਸਜ਼ਾ ਜਿਹੜੀ ਦੇ ਦਿੱਤੀ ਜਾਵੇਗੀ। ਸੋ ਅਜਿਹਾ ਜਿਹੜਾ ਉਹ ਨਹੀਂ ਵਾਪਰੇਗਾ। ਇਸ ਤੋਂ ਇਲਾਵਾ ਕਿਸੇ ਅਪਰਾਧੀ ਨੂੰ ਖੁਦ ਆਪਣੇ ਵਿਰੁੱਧ ਗਵਾਹੀ ਦੇਣ ਦੇ ਲਈ ਮਜਬੂਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਸੋ ਇਸ ਦੇ ਵਿੱਚ ਇਹ ਅਪਰਾਧੀ ਵਿਅਕਤੀਆਂ ਦੇ ਲਈ ਜਿਹੜੀ ਹੈ ਨਾ ਸੁਵਿਧਾ ਦਿੱਤੀ ਗਈ ਹੈ, ਯਾਨੀ ਕਿ ਸੁਤੰਤਰਤਾ ਜਿਹੜੀ ਹੈ ਉਹ ਦਿੱਤੀ ਗਈ ਹੈ ਅਨੁਛੇਦ 20 ਦੇ ਵਿੱਚ। ਇਸ ਤੋਂ ਅੱਗੇ ਹੈ ਤੀਸਰਾ ਜੀਵਨ ਅਤੇ ਨਿੱਜੀ ਸੁਤੰਤਰਤਾ ਦੀ ਸੁਰੱਖਿਆ। ਇਹ ਸਾਰੇ ਸੁਤੰਤਰਤਾ ਦੇ ਵਿੱਚ ਆਉਂਦੇ ਨੇ, ਠੀਕ ਹੈ, ਧਿਆਨ ਰੱਖਣਾ। ਸੋ ਇਸ ਦੀ ਵਿਵਸਥਾ ਜਿਹੜੀ ਹੈ ਉਹ ਅਨੁਛੇਦ 21 ਦੇ ਵਿੱਚ ਕੀਤੀ ਗਈ ਹੈ। ਇਸ ਦੇ ਅਨੁਸਾਰ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੁਆਰਾ ਸਥਾਪਿਤ ਵਿਧੀ ਤੋਂ ਇਲਾਵਾ ਕਿਸੇ ਹੋਰ ਵਿਧੀ ਰਾਹੀਂ ਜਾਂ ਦੁਆਰਾ ਜੀਵਨ ਜਾਂ ਵਿਅਕਤੀਗਤ ਸੁਤੰਤਰਤਾ ਤੋਂ ਵਾਂਝਿਤ ਨਹੀਂ ਕੀਤਾ ਜਾ ਸਕਦਾ। ਜੇਕਰ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਉਹ ਕ੍ਰਾਈਮ ਹੈ, ਜੇਕਰ ਉਸ ਦੇ ਦੁਆਰਾ ਕੋਈ ਅਪਰਾਧ ਕੀਤਾ ਜਾਂਦਾ ਹੈ, ਕਾਨੂੰਨ ਉਸ ਨੂੰ ਇਹ ਮੰਨਦਾ ਹੈ ਕਿ ਅਪਰਾਧ ਹੈ, ਤਦ ਹੀ ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਕੋਈ ਪਰਸਨਲੀ ਵਿਅਕਤੀ ਜਿਹੜਾ ਹੈ ਕਿਸੇ ਵਿਅਕਤੀ ਨੂੰ ਮਾਰ ਨਹੀਂ ਸਕਦਾ, ਕਿਸੇ ਤਰ੍ਹਾਂ ਦੀ ਕੋਈ ਠੇਸ ਜਿਹੜੀ ਹੈ ਉਹ ਨਹੀਂ ਪਹੁੰਚਾ ਸਕਦਾ। ਸੋ ਇਸ ਲਈ ਇਹ ਚੀਜ਼ ਹੈ ਨਾ ਧਿਆਨ ਕੀਤੀ ਗਈ ਹੈ ਅਨੁਛੇਦ 21 ਦੇ ਵਿੱਚ ਕਿ ਸਿਰਫ ਕਾਨੂੰਨ ਹੀ ਸਜ਼ਾ ਦੇ ਸਕਦਾ ਹੈ, ਹੋਰ ਕੋਈ ਵਿਅਕਤੀ ਜਿਹੜਾ ਹੈ ਉਸ ਨੂੰ ਸਜ਼ਾ ਨਹੀਂ ਦੇ ਸਕਦਾ। ਕਾਨੂੰਨ ਵੀ ਤਦ ਹੀ ਸਜ਼ਾ ਦੇਵੇਗਾ ਜਦ ਉਸ ਕ੍ਰਾਈਮ ਨੂੰ ਇਹ ਮੰਨਿਆ ਜਾਵੇਗਾ ਕਿ ਇਹ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਗਲਤ ਹੈ ਜਾਂ ਕਾਨੂੰਨ ਦੀਆਂ ਨਜ਼ਰਾਂ ਤੋਂ ਠੀਕ ਨਹੀਂ ਹੈਗਾ ਗਾ। ਨੈਕਸਟ ਹੈਗਾ ਗਾ ਕੁਝ ਅਵਸਥਾਵਾਂ ਦੇ ਵਿੱਚ ਗ੍ਰਿਫਤਾਰੀ ਦੇ ਵਿਰੁੱਧ ਸੁਰੱਖਿਆ।
सो इसकी जी व्यवस्था है वो अनुच्छेद 22 ਦੇ ਵਿੱਚ ਕੀਤੀ ਗਈ है और विशेष तौर ਦੇ ਉੱਪਰ ਇਹ ਜਿਹੜਾ ਸੰਬੰਧਿਤ ਹੈ ਕੈਦੀਆਂ ਦੇ ਅਧਿਕਾਰਾਂ ਦੇ ਨਾਲ। ਸੋ ਇਹ ਕੈਦੀਆਂ ਦੇ ਅਧਿਕਾਰਾਂ ਦੀ ਜਿਹੜੀ ਘੋਸ਼ਣਾ ਕਰਦਾ ਹੈ ਕਿ ਕੈਦੀ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਹੈ ਨਾ ਰਹਿ ਸਕਦੇ ਨੇ। ਇਸ ਦੀ ਵਿਵਸਥਾ अनुच्छेद 22 ਦੇ ਵਿੱਚ ਹੈ। ਸੋ ਕੀ ਵਿਵਸਥਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਉਸਦੇ ਅਪਰਾਧ ਤੋਂ ਜਾਣੂ ਕਰਾਏ ਬਿਨਾਂ ਬੰਦੀ ਨਹੀਂ ਬਣਾਇਆ ਜਾ ਸਕਦਾ, ਯਾਨੀ ਕਿ ਜਦੋਂ ਵੀ ਉਸ ਨੂੰ ਬੰਦੀ ਬਣਾਇਆ ਜਾਊਗਾ ਤਾਂ ਪਹਿਲਾਂ ਉਸ ਨੂੰ ਜਿਹੜਾ ਹੈ ਨਾ ਇਹ ਦੱਸਿਆ ਜਾਵੇਗਾ ਕਿ ਕਿਸ ਜੁਰਮ ਦੇ ਵਿੱਚ ਉਸ ਨੂੰ ਜਿਹੜਾ ਬੰਦੀ ਬਣਾਇਆ ਜਾ ਰਿਹਾ ਹੈ, ਔਰ ਬਿਨਾਂ ਦੱਸੇ ਜਿਹੜਾ ਹੈ ਉਸ ਨੂੰ ਜਿਹੜਾ ਕੈਦੀ ਨਹੀਂ ਬਣਾਇਆ ਜਾ ਸਕਦਾ, ਯਾਨੀ ਕਿ ਬੰਦੀ ਜਿਹੜਾ ਉਹ ਨਹੀਂ ਬਣਾਇਆ ਜਾ ਸਕਦਾ। ਅਪਰਾਧੀ ਨੂੰ ਆਪਣੀ ਇੱਛਾ ਦੇ ਅਨੁਸਾਰ ਕਿਸੇ ਵੀ ਵਕੀਲ ਪਾਸੋਂ ਸਲਾਹ ਲੈਣ ਦੀ ਜਿਹੜੀ ਇਜਾਜ਼ਤ ਹੈ, ਖੁੱਲ੍ਹ ਹੈ। ਕੋਈ ਇਹ ਫਿਕਸ ਨਹੀਂ ਹੋਊਗਾ ਕਿ ਸਿਰਫ ਉਸਨੇ ਇਸ ਜੱਜ ਤੋਂ ਹੀ ਸਲਾਹ ਲੈਣੀ ਹੈ ਜਾਂ ਵਕੀਲ ਤੋਂ ਹੀ ਸਲਾਹ ਲੈਣੀ ਹੈ। ਉਹ ਕਿਸੇ ਵੀ ਵਿਅਕਤੀ ਤੋਂ ਜਿਹੜਾ ਹੈ ਨਾ ਸਲਾਹ ਲੈ ਸਕਦਾ ਹੈ ਆਪਣੀ ਅਪਰਾਧ ਪ੍ਰਤੀ। ਅਪਰਾਧੀ ਨੂੰ ਕੈਦ ਕਰਨ ਤੋਂ 24 ਘੰਟਿਆਂ ਦੇ ਅੰਦਰ ਅੰਦਰ ਕਿਸੇ ਨਜ਼ਦੀਕੀ ਮੈਜਿਸਟਰੇਟ ਕੋਲ ਪੇਸ਼ ਕਰਨਾ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਕਰਦੀ ਤਾਂ ਉਸ ਨੂੰ ਜਿਹੜੀ ਸਜ਼ਾ ਉਹ ਨਹੀਂ ਦਿੱਤੀ ਜਾ ਸਕਦੀ। ਇਹ 24 ਘੰਟਿਆਂ ਦਾ ਸਮਾਂ ਹੁੰਦਾ ਹੈ। ਅਗਰ 24 ਘੰਟੇ ਦੇ ਅੰਦਰ ਉਹ ਲੈ ਜਾਂਦੇ ਆ ਤਾਂ ਉਸ ਨੂੰ ਸਜ਼ਾ ਹੋ ਜਾਵੇਗੀ। ਜੇਕਰ ਉਹ 24 ਘੰਟੇ ਦੇ ਵਿੱਚ ਨਹੀਂ ਲੈ ਕੇ ਜਾਂਦੇ ਤਾਂ ਉਸ ਨੂੰ ਜਿਹੜੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਅਦਾਲਤ ਦੀ ਆਗਿਆ ਤੋਂ ਬਿਨਾਂ ਕਿਸੇ ਦੋਸ਼ੀ ਨੂੰ 24 ਘੰਟੇ ਤੋਂ ਵੱਧ ਜਿਹੜਾ ਹੈ ਕੈਦ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਜੇਕਰ ਉਹ ਦੋਸ਼ੀ ਨਹੀਂ ਹੈਗਾ। ਓਕੇ, ਅਦਾਲਤ ਹੀ ਜਿਹੜੇ ਇਹ ਡਿਸਾਈਡ ਕਰੂਗੀ ਕਿ ਕਿਸ ਵਿਅਕਤੀ ਨੂੰ ਕਿੰਨਾ ਟਾਈਮ ਜਿਹੜਾ ਜੇਲ੍ਹ ਦੇ ਵਿੱਚ ਰੱਖਣਾ ਹੈ, ਬਟ 24 ਘੰਟਿਆਂ ਦੇ ਅੰਦਰ ਅੰਦਰ ਜੇ ਉਸ ਨੂੰ ਅਦਾਲਤ ਸਜ਼ਾ ਨਹੀਂ ਦਿੰਦੀ ਹੈਗੀ ਤਾਂ ਉਸ ਨੂੰ ਜਿਹੜਾ ਨਹੀਂ ਰੱਖਿਆ ਜਾ ਸਕਦਾ। ਓਕੇ, ਨੈਕਸਟ ਹੈ ਸਿੱਖਿਆ ਦੇ ਅਧਿਕਾਰ ਦੀ ਵਿਵਸਥਾ। ਸੋ ਇਹ ਕਾਫੀ ਡਿਟੇਲ ਦੇ ਵਿੱਚ ਅਸੀਂ ਦੱਸਿਆ ਹੈ, ਠੀਕ ਹੈ, ਕਿਉਂਕਿ ਮੈਂ ਦੱਸਿਆ ਸੀ ਕਿ ਇਹ ਸੁਤੰਤਰਤਾ ਦੇ ਅਧਿਕਾਰ ਦੇ ਵਿੱਚ ਆਉਂਦਾ ਹੈ। ਐਕਚੁਅਲ ਦੇ ਵਿੱਚ ਅਲੱਗ ਤੋਂ ਕੋਈ ਆਰਟੀਕਲ ਜਿਹੜਾ ਹੈ ਇਸ ਦੇ ਲਈ ਉਹ ਨਹੀਂ ਬਣਾਇਆ ਗਿਆ ਸੀਗਾ, ਯਾਨੀ ਕਿ 7ਵਾਂ ਆਰਟੀਕਲ ਨਹੀਂ 7ਵਾਂ ਜਿਹੜਾ ਹੈ ਅਧਿਕਾਰ ਨਹੀਂ ਬਣਾਇਆ ਗਿਆ ਸੀਗਾ। ਇਹਨੂੰ ਸੁਤੰਤਰਤਾ ਦੇ ਅਧਿਕਾਰ ਦੇ ਵਿੱਚ ਹੀ ਸ਼ਾਮਲ ਕਰ ਦਿੱਤਾ ਗਿਆ ਸੀ। ਸਿੱਖਿਆ ਦਾ ਅਧਿਕਾਰ ਦਾ ਅਰਥ ਹੈ ਕਿ ਭਾਰਤ ਦੇ ਨਾਗਰਿਕਾਂ ਨੂੰ ਜਿਹੜਾ ਹੈ ਪੜ੍ਹਨ ਲਿਖਣ ਦੀ ਆਜ਼ਾਦੀ ਦੇਣਾ, ਕਿ ਸਾਰੇ ਭਾਰਤ ਦੇ ਨਾਗਰਿਕ ਬਿਨਾਂ ਭੇਦਭਾਵ ਦੇ ਜਿਹੜਾ ਹੈ ਨਾ ਪੜ੍ਹ ਸਕਦੇ ਹੈਗੇ ਨੇ, ਹਰ ਇੱਕ ਸਕੂਲ ਦੇ ਵਿੱਚ ਜਾ ਸਕਦੇ ਨੇ, ਕੋਈ ਜਾਤੀ ਧਰਮ ਦੇ ਆਧਾਰ ਦੇ ਉੱਪਰ ਉਹਨਾਂ ਦੇ ਨਾਲ ਜਿਹੜਾ ਵਿਤਕਰਾ ਨਹੀਂ ਹੋ ਪਾਵੇਗਾ। ਤਾਂ 18 ਦਸੰਬਰ 2002 ਨੂੰ ਰਾਸ਼ਟਰਪਤੀ ਨੇ 86ਵੀਂ ਸੰਵਿਧਾਨਿਕ ਸੋਧ ਨੂੰ ਜਿਹੜਾ ਹੈ ਪ੍ਰਵਾਨਗੀ ਦਿੱਤੀ ਸੀਗੀ। ਇਸ ਸੋਧ ਦੇ ਅਨੁਸਾਰ ਯਾਨੀ ਕਿ ਕਹਿ ਸਕਦੇ ਹੈਗੇ ਆ ਭਾਰਤ ਦੇ ਨਾਗਰਿਕਾਂ ਨੂੰ ਜਿਹੜਾ ਹੈ ਸਿੱਖਿਆ ਦਾ ਅਧਿਕਾਰ ਜਿਹੜਾ ਉਹ ਪ੍ਰੋਵਾਈਡ ਕਰ ਦਿੱਤਾ ਗਿਆ ਸੀ ਅਤੇ ਇਸ ਨੂੰ ਮੌਲਿਕ ਅਧਿਕਾਰਾਂ ਦਾ ਜਿਹੜਾ ਚੈਪਟਰ ਸੀਗਾ ਉਸ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀ ਕਿ ਜਿਸ ਤਰੀਕੇ ਦੇ ਨਾਲ ਸੁਤੰਤਰਤਾ ਜ਼ਰੂਰੀ ਹੈ ਉਸੇ ਤਰੀਕੇ ਦੇ ਨਾਲ ਸਾਡੇ ਲਈ ਸਿੱਖਿਆ ਵੀ ਜਿਹੜੀ ਬਹੁਤ ਜ਼ਰੂਰੀ ਹੈ। ਔਰ ਸਿੱਖਿਆ ਦਾ ਅਧਿਕਾਰ ਜਿਹੜਾ ਹੈ ਇਸ ਨੂੰ ਸੰਵਿਧਾਨ ਦਾ ਅਨੁਛੇਦ 21 ਦੇ ਵਿੱਚ ਜੀਵਨ ਅਤੇ ਨਿੱਜੀ ਸੁਤੰਤਰਤਾ ਦੇ ਅਧਿਕਾਰ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ। ਅਨੁਛੇਦ ਨੰਬਰ 21 ਹੈ ਜਿਸ ਦੇ ਵਿੱਚ ਸਾਡੇ ਜੀਵਨ ਅਤੇ ਨਿੱਜੀ ਸੁਤੰਤਰਤਾ ਦੀ ਜਿਹੜੀ ਵਿਵਸਥਾ ਕੀਤੀ ਗਈ ਉਸ ਦੇ ਨਾਲ ਇਸ ਨੂੰ ਜੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀਗੀ। ਸੋ ਇਹਦੇ ਵਿੱਚ ਕੀ ਕੀਤਾ ਕਿ ਜਿਹੜੀ ਸੰਵਿਧਾਨਿਕ ਸੋਧ ਹੋਈ ਸੀਗੀ 86ਵੀਂ, ਇਸ ਦੇ ਵਿੱਚ 21 ਨੰਬਰ ਅਨੁਛੇਦ ਸੀ ਜਿਹੜਾ ਜੀਵਨ ਅਤੇ ਨਿੱਜੀ ਸੁਤੰਤਰਤਾ ਨੂੰ ਪੇਸ਼ ਕਰਦਾ ਸੀ। ਸੋ ਉਸ ਦੇ ਨਾਲ ਇੱਕ ਨਵਾਂ ਅਨੁਛੇਦ ਜੋੜ ਦਿੱਤਾ ਜਿਹਦਾ ਨਾਮ ਰੱਖਿਆ ਗਿਆ ਹੈ ਅਨੁਛੇਦ 21A। ਸੋ ਇਸ ਦੇ ਵਿੱਚ 86ਵੀਂ ਸੰਵਿਧਾਨਿਕ ਸੋਧ ਦੇ ਰਾਹੀਂ ਸਿੱਖਿਆ ਦਾ ਜਿਹੜਾ ਅਧਿਕਾਰ ਸੀ ਉਹ ਸ਼ਾਮਲ ਕਰ ਦਿੱਤਾ ਗਿਆ ਸੀ ਅਨੁਛੇਦ 21A। ਸੋ ਇਸ ਦੇ ਵਿੱਚ ਅੰਕਿਤ ਹੈ ਸਾਡੇ ਸਿੱਖਿਆ ਦਾ ਅਧਿਕਾਰ ਜੋ ਕਿ ਸੁਤੰਤਰਤਾ ਦੇ ਅਧਿਕਾਰ ਦੇ ਅਧੀਨ ਹੀ ਆਉਂਦਾ ਹੈ। ਸੰਵਿਧਾਨ ਦੇ ਅਨੁਛੇਦ 45 ਦੇ ਅਧੀਨ ਇਹ ਵਿਵਸਥਾ ਹੈ, 45 ਦੇ ਅਧੀਨ ਹੈ ਵਿਵਸਥਾ ਹੈ ਕਿ ਰਾਜ ਸੰਵਿਧਾਨ ਦੇ ਲਾਗੂ ਹੋਣ ਤੋਂ 10 ਸਾਲ ਦੇ ਸਮੇਂ ਦੇ ਅੰਦਰ 14 ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਦੇ ਲਈ ਲਾਜ਼ਮੀ ਅਤੇ ਮੁਫਤ ਵਿੱਦਿਆ ਦੀ ਜਿਹੜੀ ਵਿਵਸਥਾ ਕਰਨ ਦਾ ਯਤਨ ਕਰੇਗਾ। ਠੀਕ ਹੈ, ਯਾਨੀ ਕਿ 10 ਸਾਲ ਦਾ ਸਮਾਂ ਦਿੱਤਾ ਗਿਆ ਸੀਗਾ ਜੋ ਸੋਧ ਲਾਗੂ ਕੀਤੀ ਗਈ ਸੀ ਔਰ ਇਸ ਦੀ ਅਨੁਛੇਦ 45 ਦੇ ਵਿੱਚ ਇਹ ਵਿਵਸਥਾ ਕੀਤੀ ਗਈ ਸੀਗੀ। ਠੀਕ ਹੈ, ਧਿਆਨ ਰੱਖਣਾ ਕਿ 14 ਸਾਲ ਤੱਕ ਦੇ ਜਿਹੜੇ ਬੱਚੇ ਹੈ ਉਸ ਦੇ ਲਈ ਜਿਹੜੀ ਹੈ ਨਾ ਐਜੂਕੇਸ਼ਨ ਲਾਜ਼ਮੀ ਅਤੇ ਮੁਫਤ ਕੀਤੀ ਗਈ ਸੀ। ਔਰ ਵਿੱਦਿਆ ਦਾ ਅਧਿਕਾਰ ਜਿਹੜਾ ਹੈ ਉਹ 1 ਅਪ੍ਰੈਲ 2010 ਤੋਂ ਲਾਗੂ ਹੋ ਗਿਆ ਸੀਗਾ ਅਤੇ ਇਸ ਦੇ ਅਧੀਨ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਜਿਹੜਾ ਹੈ ਮੁਫਤ ਅਤੇ ਜ਼ਰੂਰੀ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਮਿਲ ਗਿਆ ਸੀਗਾ। ਔਰ ਇਸੇ ਕਾਰਨ ਕਰਕੇ ਹੁਣ +2 ਤੱਕ ਦੀ ਜਿਹੜੀ ਪੜ੍ਹਾਈ ਹੈਗੀ ਆ ਉਹ ਬਿਲਕੁਲ ਮੁਫਤ ਕਰ ਦਿੱਤੀ ਗਈ ਹੈ ਨਾ। ਸੋ ਜ਼ਿਆਦਾਤਰ ਲੜਕੀਆਂ ਦੇ ਲਈ ਹੈ, 10ਵੀਂ ਤੱਕ ਜਿਹੜੇ ਇਹ ਲੜਕੇ ਵੀ ਮੁਫਤ ਨੇ, ਬਟ ਜਿਹੜਾ +2 ਤੋਂ ਬਾਅਦ +1 2 ਦੇ ਵਿੱਚ ਜਿਹੜਾ ਹੈ ਲੜਕੀਆਂ ਦੇ ਲਈ ਵੀ ਮੁਫਤ ਹੈਗੀ। ਠੀਕ ਹੈ, ਬਟ ਲੜਕਿਆਂ ਦੇ ਲਈ ਜਿਹੜੀ ਫੀਸ ਉਹ ਰੱਖੀ ਹੋਈ ਹੈ। ਤਾਂ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ 1 ਅਪ੍ਰੈਲ 2010 ਦੇ ਅਧੀਨ ਜਿਹੜਾ ਹੈ ਮੁਫਤ ਅਤੇ ਲਾਜ਼ਮੀ ਜਿਹੜੀ ਹੈ ਸਿੱਖਿਆ ਉਹ ਪ੍ਰੋਵਾਈਡ ਕਰ ਦਿੱਤੀ ਗਈ ਹੈ। ਤਾਂ ਸਿੱਖਿਆ ਦਾ ਅਧਿਕਾਰ ਜਿਹੜਾ ਹੈ ਉਹ 21A ਦੇ ਵਿੱਚ ਇਨਕਲੂਡ ਕੀਤਾ ਹੈ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਣਾ। ਨੈਕਸਟ ਹੈ ਸ਼ੋਸ਼ਣ ਵਿਰੁੱਧ ਅਧਿਕਾਰ, ਅਨੁਛੇਦ 23 ਤੋਂ 24 ਦੇ ਵਿੱਚ ਹੈ। ਸ਼ੋਸ਼ਣ ਦਾ ਮਤਲਬ ਹੈ ਕਿ ਕਿਸੇ ਤਰ੍ਹਾਂ ਦਾ ਵਿਅਕਤੀ ਦਾ ਹੈ ਨਾ, ਚਾਹੇ ਉਹ ਔਰਤ ਹੈ, ਚਾਹੇ ਉਹ ਬੱਚਾ ਹੈ, ਚਾਹੇ ਉਹ ਪੁਰਸ਼ ਹੈ, ਚਾਹੇ ਇਸਤਰੀ ਹੈ, ਉਹਦਾ ਸ਼ੋਸ਼ਣ ਨਹੀਂ ਹੋਣਾ ਚਾਹੀਦਾ। ਸੋ ਲੁੱਟ ਨਹੀਂ ਹੋਣੀ ਚਾਹੀਦੀ ਕਿਸੇ ਤਰੀਕੇ ਦੀ। ਸੋ ਉਸ ਬਾਰੇ ਇਸ ਦੇ ਵਿੱਚ ਵਰਣਨ ਹੈ। ਸੋ ਪਹਿਲਾ ਹੈ ਮਨੁੱਖੀ ਵਪਾਰ ਅਤੇ ਜਬਰਨ ਮਜ਼ਦੂਰੀ ਦੀ ਮਨਾਹੀ। ਸੋ ਇਸ ਦੀ ਵਿਵਸਥਾ ਅਨੁਛੇਦ 23 ਦੇ ਵਿੱਚ ਕੀਤੀ ਗਈ ਹੈ ਕਿ ਮਨੁੱਖ ਦਾ
ਚਾਹੇ ਉਹ ਔਰਤ ਹੈ ਤੇ ਚਾਹੇ ਉਹ ਮਰਦ ਹੈ, ਦੋਨਾਂ ਦਾ ਵਪਾਰ ਨਹੀਂ ਕੀਤਾ ਜਾ ਸਕਦਾ, ਵੇਚਿਆ ਖਰੀਦਿਆ ਨਹੀਂ ਜਾ ਸਕਦਾ। ਉਹਦੀ ਆਜ਼ਾਦੀ ਹੈ, ਸੋ ਉਹ ਕੋਈ ਵੀ ਕੰਮ ਕਰਨਾ ਚਾਹੇ ਕਰ ਸਕਦਾ ਹੈ, ਬਟ ਉਹਨੂੰ ਵੇਚਿਆ ਨਹੀਂ ਜਾ ਸਕਦਾ, ਜੋ ਕਿ ਪਹਿਲਾਂ ਇਹ ਭਾਰਤ ਦੇ ਵਿੱਚ ਪ੍ਰਚਲਿਤ ਸੀਗਾ। ਯਾਨੀ ਕਿ ਛੋਟੇ ਜਿਹੜੇ ਲੋਕ ਸੀ ਉਹਨਾਂ ਨੂੰ ਦਾਸਾਂ ਦੇ ਰੂਪ ਦੇ ਵਿੱਚ ਵੇਚਿਆ ਜਾਂਦਾ ਸੀ, ਉਹਦੇ ਉੱਪਰ ਰੋਕ ਲਗਾ ਦਿੱਤੀ ਗਈ ਸੀਗੀ। ਇਸ ਤੋਂ ਇਲਾਵਾ ਕਿਸੇ ਵੀ ਬੱਚੇ ਜਾਂ ਔਰਤ ਨੂੰ ਜਿਹੜਾ ਹੈ ਮਜਬੂਰ ਨਹੀਂ ਕੀਤਾ ਜਾਵੇਗਾ ਕਿ ਉਹ ਲੇਬਰ ਕਰੇ, ਯਾਨੀ ਕਿ ਮਜ਼ਦੂਰੀ ਕਰੇ। ਜੋ ਵੀ ਉਸ ਨੂੰ ਕੰਮ ਅੱਛਾ ਲੱਗਦਾ ਹੈ, ਜਿਸ ਦੇ ਵਿੱਚ ਵੀ ਉਸ ਦਾ ਇੰਟਰਸਟ ਹੈ, ਉਹ ਕਰ ਸਕਦਾ ਹੈ, ਉਹਨੂੰ ਮਜਬੂਰ ਨਹੀਂ ਕੀਤਾ ਜਾਊਗਾ। ਠੀਕ ਹੈ, ਬੱਚੇ ਨੂੰ ਉਹਦੇ ਲਈ ਕੁਛ ਏਜ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਾਰਖਾਨਿਆਂ ਆਦਿ ਦੇ ਵਿੱਚ ਬੱਚਿਆਂ ਨੂੰ ਲਗਾਉਣ ਦੀ ਜਿਹੜੀ ਉਹ ਮਨਾਹੀ ਕੀਤੀ ਗਈ ਹੈ। ਸੋ ਇਸ ਲਈ ਅਨੁਛੇਦ 24 ਦੇ ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ ਕਿ ਜਿਹੜੇ ਬੱਚੇ 14 ਸਾਲ ਤੋਂ ਘੱਟ ਨੇ ਉਹਨਾਂ ਨੂੰ ਕਾਰਖਾਨਿਆਂ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਮਜ਼ਦੂਰੀ ਨਹੀਂ ਕਰਨ ਦਿੱਤੀ ਜਾਊਗੀ। 14 ਸਾਲ ਤੋਂ ਵੱਧ ਦੇ ਜਿਹੜੇ ਉਮਰ ਦੇ ਬੱਚੇ ਨੇ ਉਹ ਕਰ ਸਕਦੇ ਨੇ, ਬਟ 14 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਾਰਖਾਨਿਆਂ ਦੇ ਵਿੱਚ ਜਾਂ ਖਾਨਾਂ ਦੇ ਵਿੱਚ ਜਾਂ ਕਿਸੇ ਵੀ ਲੇਬਰ ਵਾਲੇ ਕੰਮ ਦੇ ਵਿੱਚ, ਜੋ ਕਿ ਬਹੁਤ ਜ਼ਿਆਦਾ ਔਖਾ ਹੈ, ਸੋ ਉੱਥੇ ਨਹੀਂ ਲਗਾਇਆ ਜਾ ਸਕਦਾ। ਇਸ ਦੀ ਸਾਡੇ ਸੰਵਿਧਾਨ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਵਿਵਸਥਾ ਕੀਤੀ ਗਈ ਹੈ, ਕਿਉਂਕਿ ਇਸ ਦੇ ਨਾਲ ਜਿਹੜਾ ਹੈ ਬੱਚਿਆਂ ਅਤੇ ਇਸਤਰੀਆਂ ਦੋਨਾਂ ਦਾ ਜਿਹੜਾ ਸ਼ੋਸ਼ਣ ਹੁੰਦਾ ਹੈ, ਸੋ ਉਸ ਨੂੰ ਰੋਕਣ ਦੇ ਲਈ ਅਤੇ ਬੱਚਿਆਂ ਨੂੰ ਸੁਰੱਖਿਆ ਪ੍ਰੋਵਾਈਡ ਕਰਨ ਦੇ ਲਈ, ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਦੇ ਲਈ ਇਹ ਸਾਡੇ ਸੰਵਿਧਾਨ ਦੇ ਵਿੱਚ ਵਿਵਸਥਿਤ ਕੀਤਾ ਗਿਆ ਹੈ। ਨੈਕਸਟ ਹੈਗਾ ਗਾ ਧਰਮ ਦੀ ਸੁਤੰਤਰਤਾ ਦਾ ਅਧਿਕਾਰ। ਇਹ ਅਨੁਛੇਦ 25 ਤੋਂ 28 ਦੇ ਵਿੱਚ ਵਿਵਸਥਿਤ ਕੀਤਾ ਗਿਆ ਹੈ ਕਿ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਕੋਈ ਵੀ ਧਰਮ ਜਿਹੜਾ ਅਪਣਾਉਣ ਦੀ ਆਜ਼ਾਦੀ ਹੈ। ਧਰਮ ਦੇ ਆਧਾਰ ਦੇ ਉੱਪਰ ਕੋਈ ਵਿਤਕਰਾ ਨਹੀਂ ਕੀਤਾ ਜਾਊਗਾ। ਧਰਮ ਦੇ ਆਧਾਰ ਦੇ ਉੱਪਰ ਕੋਈ ਵੀ ਜਿਹੜਾ ਕਹਿ ਸਕਦੇ ਹਨ ਉਹਨਾਂ ਦੇ ਨਾਲ ਛੇੜਛਾੜ ਨਹੀਂ ਹੋ ਸਕਦੀ। ਸੋ ਹਰ ਵਿਅਕਤੀ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਕੋਈ ਵੀ ਧਰਮ ਚੁਣਨ ਦੀ, ਆਪਣੀ ਮਰਜ਼ੀ ਦੇ ਅਨੁਸਾਰ ਕੋਈ ਵੀ ਰੀਤੀ ਰਿਵਾਜ ਜਿਹੜੇ ਅਪਣਾਉਣ ਦੀ ਆਜ਼ਾਦੀ ਹੈ। ਸੋ ਇਸ ਦੀ ਵਿਵਸਥਾ 25 ਤੋਂ 28 ਦੇ ਵਿੱਚ ਕੀਤੀ ਗਈ ਹੈ। ਸੋ ਪਹਿਲਾ ਹੈ ਇਸ ਦੇ ਵਿੱਚ 25 ਤੋਂ 28 ਤੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਕਿਸੇ ਵੀ ਧਰਮ ਨੂੰ ਮੰਨਣ ਜਾਂ ਉਸ 'ਤੇ ਅਮਲ ਕਰਨ ਦੀ ਸੁਤੰਤਰਤਾ ਜਿਹੜੀ ਹੈ ਉਹ ਅਨੁਛੇਦ 25 ਦੇ ਵਿੱਚ ਕੀਤੀ ਗਈ ਹੈ ਕਿ ਭਾਰਤ ਦਾ ਕੋਈ ਵੀ ਨਾਗਰਿਕ ਜਿਹੜਾ ਹੈ ਉਹ ਬਿਨਾਂ ਕਿਸੇ ਫੋਰਸ ਕੀਤੇ ਹੋਏ, ਠੀਕ ਹੈ, ਯਾਨੀ ਕਿ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਧਰਮ ਅਸੈਪਟ ਕਰ ਸਕਦਾ ਹੈ। ਜਿਸ ਨੂੰ ਵੀ ਉਸਦੇ ਆਦਰਸ਼ ਵਧੀਆ ਲੱਗਦੇ ਨੇਗੇ ਉਸ ਨੂੰ ਫੋਲੋ ਕਰ ਸਕਦਾ ਹੈ। ਅਮਲ ਕਰਨਾ ਉਸ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਉਹਨੂੰ ਲੱਗੇ ਕਿ ਇਹ ਠੀਕ ਹੈ ਧਰਮ ਤਾਂ ਉਸ ਦੇ ਉੱਪਰ ਅਮਲ ਕਰ ਸਕਦਾ ਹੈ। ਜੇਕਰ ਉਹਨੂੰ ਨਹੀਂ ਲੱਗਦਾ ਕਿ ਇਹ ਠੀਕ ਨਹੀਂ ਹੈ ਤਾਂ ਉਸ ਦੇ ਉੱਪਰ ਅਮਲ ਕਰਨਾ ਉਸ ਦੇ ਲਈ ਜ਼ਰੂਰੀ ਨਹੀਂ ਹੈ। ਸੋ ਇਹ ਸਾਡੇ ਸੰਵਿਧਾਨ ਦੇ ਵਿੱਚ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਧਾਰਮਿਕ ਕੰਮਾਂ ਦਾ ਪ੍ਰਬੰਧ ਕਰਨ ਦੀ ਸੁਤੰਤਰਤਾ। ਇਹ ਅਨੁਛੇਦ 26 ਦੇ ਵਿੱਚ ਹੈ ਕਿ ਧਾਰਮਿਕ ਕੰਮਾਂ ਦੇ ਲਈ, ਯਾਨੀ ਕਿ ਲੰਗਰ ਲਗਾਉਣ ਦੀ, ਠੀਕ ਹੈ, ਜਾਂ ਕਹਿ ਸਕਦੇ ਹਾਂ ਕੋਈ ਗੁਰਦੁਆਰਾ ਮੰਦਿਰ ਬਣਾਉਣ ਦੀ, ਮਸਜਿਦ ਬਣਾਉਣ ਦੀ ਜਿਹੜੀ ਆਜ਼ਾਦੀ ਹੈ, ਸੋ ਕੋਈ ਜਿਹੜੀ ਰੋਕਥਾਮ ਉਹਦੇ ਵਿੱਚ ਨਹੀਂ ਹੈਗੀ ਗੀ। ਸੋ ਕੋਈ ਵੀ ਕੰਮ ਜਿਹੜਾ ਉਹ ਧਾਰਮਿਕ ਪੱਧਰ ਦੇ ਉੱਪਰ ਕਰਨਾ ਚਾਹੁੰਦੇ ਨੇ ਉਹਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਇੰਟਰਫੇਅਰ ਨਹੀਂ ਕਰੂਗਾ। ਆਪਣੀ ਇੱਛਾ ਦੇ ਅਨੁਸਾਰ ਕੋਈ ਵੀ ਜਿਹੜਾ ਕਹਿ ਸਕਦੇ ਹਨ ਉਹ ਸੰਸਥਾ ਕ੍ਰੀਏਟ ਕਰ ਸਕਦੇ ਹੈਗੇ ਨੇ, ਕੁਝ ਵੀ ਜਿਹੜੇ ਕੰਮ ਉਹ ਕਰ ਸਕਦੇ ਨੇ। ਇਸ ਦੀ ਵਿਵਸਥਾ ਅਨੁਛੇਦ 26 ਦੇ ਵਿੱਚ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਸੇ ਵਿਸ਼ੇਸ਼ ਧਰਮ ਦੇ ਵਿਕਾਸ ਲਈ ਕਰ ਦੇਣ ਦੀ ਸੁਤੰਤਰਤਾ ਹੈ। ਅਨੁਛੇਦ 27 ਦੇ ਵਿੱਚ ਇਸ ਦੀ ਵਿਵਸਥਾ ਹੈ। ਕਰ ਦੇਣ ਦਾ ਮਤਲਬ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਜੋ ਦਾਨ ਦਿੰਦੇ ਹਾਂ, ਗੁਰਦੁਆਰੇ ਮੰਦਿਰ ਜਿੱਥੇ ਵੀ ਅਸੀਂ ਜਾਂਦੇ ਹਾਂ ਅਕਸਰ, ਕਿ ਅਸੀਂ ਕੁਛ ਨਾ ਕੁਛ ਜਿਹੜਾ ਦਾਨ ਦੇ ਵਿੱਚ ਦੇ ਦਿੰਦੇ ਹਾਂ, ਚਾਹੇ ਉਹ ਅਸੀਂ ਪੈਸੇ ਦੇਈਏ, ਚਾਹੇ ਅਸੀਂ ਉਹ ਕਹਿ ਸਕਦੇ ਹਾਂ ਫੂਡ ਦੇਈਏ, ਕੁਛ ਵੀ ਹੋ ਸਕਦਾ ਹੈ। ਸੋ ਉਹਦੇ ਲਈ ਜਿਹੜਾ ਕਹਿ ਸਕਦੇ ਹਾਂ ਸੁਤੰਤਰਤਾ ਹੈ, ਕੋਈ ਇਹ ਮਜਬੂਰ ਨਹੀਂ ਕੀਤਾ ਜਾਊਗਾ ਪਹਿਲੇ ਨੰਬਰ 'ਤੇ ਤਾਂ। ਦੂਸਰਾ ਇਹ ਹੈ ਕਿ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇੱਕ ਅਧਿਕਾਰ ਹੈ। ਸੋ ਜਿਹਦੀ ਇੱਛਾ ਹੈ ਜਿਸ ਵੀ ਧਰਮ ਦੇ ਵਿੱਚ ਉਹ ਆਪਣੀ ਇੱਛਾ ਦੇ ਅਨੁਸਾਰ ਦਾਨ ਦੇ ਸਕਦਾ ਹੈ, ਜਿਹਦੀ ਨਹੀਂ ਹੈ ਸੋ ਨਹੀਂ ਵੀ ਦੇ ਸਕਦਾ, ਕੋਈ ਫੋਰਸ ਵੀ ਨਹੀਂ ਕੀਤਾ ਜਾਊਗਾ। ਸੋ ਇਹ ਅਨੁਛੇਦ 27 ਦੇ ਵਿੱਚ ਜਿਹੜੀ ਵਿਵਸਥਾ ਹੈ। ਇਸ ਤੋਂ ਇਲਾਵਾ ਕੁਝ ਵਿਦਿਅਕ ਸੰਸਥਾਵਾਂ ਦੇ ਵਿੱਚ ਧਾਰਮਿਕ ਸਿੱਖਿਆ ਅਤੇ ਧਾਰਮਿਕ ਪੂਜਾ ਵਿੱਚ ਸ਼ਾਮਲ ਹੋਣ ਦੀ ਸੁਤੰਤਰਤਾ ਹੈ। ਇਹ ਕੁਝ ਸੰਸਥਾਵਾਂ ਨੇਗੀਆਂ, ਸਾਰਿਆਂ ਦੇ ਵਿੱਚ ਨਹੀਂ ਹੈ, ਕੁਝ ਕੁ, ਠੀਕ ਹੈ, ਉਹਨਾਂ ਦੇ ਵਿੱਚ ਧਾਰਮਿਕ ਸਿੱਖਿਆ ਅਤੇ ਧਾਰਮਿਕ ਪੂਜਾ ਦੇ ਵਿੱਚ ਸ਼ਾਮਲ ਹੋਣ ਦੀ ਸੁਤੰਤਰਤਾ ਹੈ। ਵੈਸੇ ਨਾਰਮਲੀ ਜਿਹੜਾ ਹੈ ਇਸ ਦਾ ਮਨਾ ਕੀਤਾ ਹੋਇਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਕੂਲ ਦੇ ਵਿੱਚ ਜਿਹੜੀ ਧਾਰਮਿਕ ਸਿੱਖਿਆ ਜਾਂ ਪੂਜਾ ਪਾਠ ਨਹੀਂ ਕਰਾਇਆ ਜਾਊਗਾ, ਉੱਥੇ ਸਿਰਫ ਐਜੂਕੇਸ਼ਨ ਜਿਹੜੀ ਹੈ ਉਹ ਦਿੱਤੀ ਜਾਊਗੀ। ਸੋ ਇਸ ਦੀ ਵਿਵਸਥਾ ਜਿਹੜੀ ਹੈ ਉਹ ਅਨੁਛੇਦ 28 ਦੇ ਵਿੱਚ ਕੀਤੀ ਗਈ ਹੈ। ਤਾਂ ਇਹ ਚਾਰ ਜਿਹੜੇ ਅਨੁਛੇਦ ਨੇ ਜਿਸ ਦੇ ਵਿੱਚ ਸਾਨੂੰ ਧਰਮ ਦੇ ਨਾਲ ਸੰਬੰਧਿਤ ਜਿਹੜੇ ਅਧਿਕਾਰ ਉਹ ਦਿੱਤੇ ਗਏ ਨੇ। ਨੈਕਸਟ ਹੈਗਾ ਗਾ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ। ਅਨੁਛੇਦ 29 ਤੋਂ 30 ਦੇ ਵਿੱਚ ਇਸ ਨੂੰ ਜਿਹੜਾ ਵਰਣਨ ਕੀਤਾ ਗਿਆ ਹੈ। ਸੋ ਇਸ ਦੇ ਅਧੀਨ ਹੈ ਕਿ ਘੱਟ ਗਿਣਤੀਆਂ, ਪਹਿਲੇ ਸ਼ੁਰੂਆਤ ਹੈ ਕਿ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ। ਅਨੁਛੇਦ 29 ਦੇ ਅਧੀਨ ਇਸ ਦੀ ਵਿਵਸਥਾ ਕੀਤੀ ਗਈ ਹੈ। ਸੋ ਇਸ ਦੇ ਅਧੀਨ ਇਹ ਹੈ ਕਿ ਭਾਰਤ ਦੀ ਧਰਤੀ ਜਾਂ ਉਸਦੇ ਕਿਸੇ ਭਾਗ 'ਤੇ ਵਸਣ ਵਾਲੇ ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ ਜਾਂ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਜਿਹੜਾ ਅਧਿਕਾਰ ਹੈ।
ਕੋਈ ਵਿਸ਼ੇਸ਼ ਤੌਰ ਦੇ ਉੱਪਰ ਇਹ ਟਿੱਪਣੀ ਨਹੀਂ ਕੀਤੀ ਜਾਊਗੀ ਕਿ ਭਾਰਤ ਦਾ ਨਾਗਰਿਕ ਸਿਰਫ ਇਹੀ ਭਾਸ਼ਾ ਬੋਲੇਗਾ, ਇਸੇ ਤਰ੍ਹਾਂ ਦੀ ਲਿਪੀ ਇਸਤੇਮਾਲ ਕਰੇਗਾ, ਇਸੇ ਤਰ੍ਹਾਂ ਦੇ ਸੱਭਿਆਚਾਰ ਨੂੰ ਐਕਸੈਪਟ ਕਰੇਗਾ। ਸੋ ਉਹਦੀ ਮਰਜ਼ੀ ਹੈ। ਸੋ ਜਿਸ ਤਰੀਕੇ ਦੇ ਨਾਲ ਚਾਹੇ ਹੈ ਨਾ ਉਸ ਦੇ ਵਿੱਚ ਜੀ ਸਕਦਾ ਹੈ, ਆਪਣੇ ਜਿਹੜਾ ਕਰ ਸਕਦੇ ਹਾਂ ਸੱਭਿਆਚਾਰ ਨੂੰ ਜਿਹੜਾ ਹੈ ਉਹ ਵਿਕਸਿਤ ਕਰ ਸਕਦਾ ਹੈ, ਉਸ ਦੀ ਸੁਰੱਖਿਆ ਜਿਹੜੀ ਹੈ ਉਹ ਕਰ ਸਕਦਾ ਹੈ। ਵਿਸ਼ੇਸ਼ ਤੌਰ ਦੇ ਉੱਪਰ ਇਹਨਾਂ ਨੇ ਘੱਟ ਗਿਣਤੀ ਦੇ ਨਾਲ ਕੀਤੀ ਹੈ, ਲਾਈਕ ਜਿਵੇਂ ਸਿੱਖ ਕਮਿਊਨਿਟੀ ਹੋ ਗਈ, ਠੀਕ ਹੈ, ਮੁਸਲਿਮ ਕਮਿਊਨਿਟੀ ਹੋ ਗਈ। ਸੋ ਇਹਨਾਂ ਦੇ ਬਾਰੇ ਉਹਨਾਂ ਨੇ ਵਰਣਨ ਕੀਤਾ ਹੈ। ਇਸ ਤੋਂ ਇਲਾਵਾ ਕੁਝ ਕਬੀਲੇ ਵੀ ਆ ਜਾਂਦੇ ਹੈਗੇ ਨੇ ਜਿਨ੍ਹਾਂ ਦੀ ਆਪਣੀ ਭਾਸ਼ਾ ਆਪਣੀ ਲਿਪੀ ਹੈ। ਇਸ ਤੋਂ ਇਲਾਵਾ 29 ਦੇ ਅਧੀਨ ਹੀ ਆਉਂਦਾ ਹੈ ਕਿ ਸਰਕਾਰੀ ਵਿਦਿਅਕ ਸੰਸਥਾਵਾਂ ਜਾਂ ਰਾਜ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਦੇ ਵਿੱਚ ਕਿਸੇ ਨਾਗਰਿਕ ਨੂੰ ਨਸਲ, ਜਾਤੀ, ਭਾਸ਼ਾ ਆਦਿ ਦੇ ਆਧਾਰ ਦੇ ਉੱਪਰ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੀਨ ਜੋ ਉਹ ਕਿਸੇ ਵੀ ਜਾਤੀ ਦੇ ਵਿੱਚ ਹੋਵੇ, ਕਿਸੇ ਵੀ ਧਰਮ 'ਚ ਹੋਵੇ, ਕਿਸੇ ਵੀ ਨਸਲ 'ਚ ਹੋਵੇ, ਉਹਨੂੰ ਐਡਮਿਸ਼ਨ ਜਿਹੜੀ ਹੈ ਉਹ ਉਸ ਕਾਲਜ ਸਕੂਲ ਦੇ ਵਿੱਚ ਮਿਲ ਜਾਵੇਗੀ ਜਿੱਥੇ ਉਹ ਚਾਹੁੰਦਾ ਹੈ। ਉਹਦੇ ਨਾਲ ਕੋਈ ਭੇਦਭਾਵ ਜਿਹੜਾ ਹੈ ਇਸ ਪੱਖ ਤੋਂ ਨਹੀਂ ਕੀਤਾ ਜਾਊਗਾ। ਬਟ ਇਸ ਪੱਖ ਦੇ ਲਈ ਜ਼ਰੂਰੀ ਹੋਵੇਗਾ ਕਿ ਉਹਦੇ ਜਿਹੜੀ ਮੈਰਿਟ ਲਿਸਟ ਦੇ ਵਿੱਚ ਨਾਮ ਆਉਣਾ ਜ਼ਰੂਰੀ ਹੈ, ਤਦ ਹੀ ਉਸ ਨੂੰ ਜਿਹੜਾ ਹੈ ਨਾ ਸਕੂਲ ਜਾਂ ਕਾਲਜ ਦੇ ਵਿੱਚ ਐਡਮਿਸ਼ਨ ਮਿਲੇਗੀ। ਅਗਰ ਜੋ ਵੀ ਵਿਅਕਤੀ ਉਸ ਦੇ ਵਿੱਚ ਮੈਰਿਟ ਦੇ ਆਧਾਰ ਦੇ ਉੱਪਰ ਆ ਜਾਂਦਾ ਹੈ ਤਾਂ ਉਸ ਨੂੰ ਉਸ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲ ਜਾਵੇਗੀ। ਬਟ ਨਸਲ, ਜਾਤੀ, ਭਾਸ਼ਾ ਨੂੰ ਜਿਹੜਾ ਆਧਾਰ ਨਹੀਂ ਬਣਾਇਆ ਜਾਊਗਾ। ਦੂਸਰਾ ਹੈ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਅਤੇ ਉਹਨਾਂ ਦਾ ਪ੍ਰਬੰਧ ਕਰਨ ਦਾ ਘੱਟ ਗਿਣਤੀਆਂ ਦਾ ਅਧਿਕਾਰ। ਸੋ ਇਹ ਅਨੁਛੇਦ 30 ਦੇ ਵਿੱਚ ਵਿਵਸਥਿਤ ਹੈ। ਸੋ ਇਸ ਸੰਬੰਧੀ ਧਰਮ ਜਾਂ ਭਾਸ਼ਾ 'ਤੇ ਆਧਾਰਿਤ ਸਭ ਘੱਟ ਗਿਣਤੀਆਂ ਨੂੰ ਆਪਣੀ ਇੱਛਾ ਦੇ ਅਨੁਸਾਰ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਅਤੇ ਉਹਨਾਂ ਦਾ ਪ੍ਰਬੰਧ ਕਰਨ ਦਾ ਜਿਹੜਾ ਅਧਿਕਾਰ ਉਹ ਦਿੱਤਾ ਗਿਆ ਹੈ। ਸੋ ਇਹਦੇ ਲਈ ਇਹਨਾਂ ਨੇ ਦੱਸਿਆ ਹੈ ਕਿ ਧਰਮ ਜਾਂ ਭਾਸ਼ਾ ਦੇ ਆਧਾਰ ਦੇ ਉੱਪਰ, ਲਾਈਕ ਜੇਕਰ ਅਸੀਂ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ ਹਾਂ, ਸੋ ਉਸ ਲਈ ਹੈ ਨਾ ਬਹੁਤ ਸਾਰੇ ਜਿਹੜੇ ਪੰਜਾਬ ਦੇ ਵਿੱਚ ਸਕੂਲ ਖੋਲ੍ਹੇ ਹੋਏ ਨੇਗੇ, ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਕਰ ਸਕਦੇ ਆ ਉਸ ਨੂੰ ਸਥਾਪਿਤ ਕਰ ਸਕਦੇ ਹੈਗੇ ਨੇ ਅਤੇ ਉਹਨਾਂ ਦਾ ਪ੍ਰਬੰਧ ਕਰ ਸਕਦੇ ਹੈਗੇ ਨੇ। ਇਸ ਤੋਂ ਇਲਾਵਾ ਜਿਵੇਂ ਪੰਜਾਬੀ ਜਾਂ ਇੰਗਲਿਸ਼ ਨੂੰ ਜਿਵੇਂ ਵੀ ਭਾਸ਼ਾ ਦੇ ਆਧਾਰ ਦੇ ਉੱਪਰ ਪ੍ਰਮੋਟ ਕਰਨਾ ਚਾਹੁੰਦੇ ਹਾਂ, ਉਸ ਲਈ ਵੀ ਜਿਹੜੇ ਹੈ ਨਾ ਬਹੁਤ ਸਾਰੇ ਵਿਦਿਅਕ ਸੰਸਥਾਵਾਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨਾ ਖੁੱਲ੍ਹੀਆਂ ਹੋਈਆਂ ਨੇ। ਸੋ ਇਹ ਸਾਰੀਆਂ ਉਹਨਾਂ ਦੀ ਇੱਛਾ ਦੇ ਅਨੁਸਾਰ ਹੈ। ਇਹ ਉਹਨਾਂ ਨੂੰ ਸੁਤੰਤਰਤਾ ਦਿੱਤੀ ਹੋਈ ਹੈਗੀ ਅਨੁਛੇਦ 30 ਦੇ ਵਿੱਚ। ਓਕੇ, ਸੋ ਨੈਕਸਟ ਹੈ ਬਹੁਤ ਜ਼ਿਆਦਾ ਇੰਪੋਰਟੈਂਟ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਅਨੁਛੇਦ 32 ਦੇ ਵਿੱਚ ਇਸ ਨੂੰ ਜਿਹੜਾ ਵਰਣਨ ਕੀਤਾ ਗਿਆ ਹੈ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਰਟੀਕਲ, ਕਿਉਂਕਿ ਜਿੰਨੇ ਵੀ ਅਨੁਛੇਦ ਜਿਹੜੇ ਦਿੱਤੇ ਗਏ ਨੇ, ਜੇਕਰ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ, ਜੇਕਰ ਉਹਨੂੰ ਸਹੀ ਤਰੀਕੇ ਨਾਲ ਅਪਲਾਈ ਕੀਤਾ ਜਾਂਦਾ ਹੈ ਤਾਂ ਉਹ ਅਨੁਛੇਦ 32 ਦੇ ਅਧੀਨ ਹੀ ਕੀਤਾ ਜਾਂਦਾ ਹੈ, ਕਿਉਂਕਿ ਮੌਲਿਕ ਅਧਿਕਾਰਾਂ ਨੂੰ ਸੁਰੱਖਿਆ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਉਹ ਅਨੁਛੇਦ 32 ਦੇ ਅਧੀਨ ਹੀ ਕੀਤੀ ਜਾਂਦੀ ਹੈ। ਸੋ ਅਨੁਛੇਦ 32 ਦੇ ਅਧੀਨ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਕਿਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈਗੀ ਮੀਨਸ ਕਿ ਭਾਰਤੀ ਸੰਵਿਧਾਨ ਦੇ ਭਾਗ 3 ਦੇ ਵਿੱਚ ਜੋ ਦਿੱਤੇ ਮੌਲਿਕ ਅਧਿਕਾਰਾਂ ਨੂੰ ਉਚਿਤ ਵਿਧੀ ਅਨੁਸਾਰ ਲਾਗੂ ਨਹੀਂ ਕੀਤਾ ਗਿਆ, ਜੋ ਵਰਣਨ ਕੀਤੇ ਗਏ ਨੇ, ਠੀਕ ਹੈ, ਸੁਤੰਤਰਤਾ ਨਹੀਂ ਦਿੱਤੀ ਜਾ ਰਹੀ, ਬੋਲਣ ਦਾ ਅਧਿਕਾਰ ਨਹੀਂ ਦਿੱਤਾ ਜਾ ਰਿਹਾ, ਠੀਕ ਹੈ, ਜਾਂ ਸਕੂਲ ਦੇ ਵਿੱਚ ਐਡਮਿਸ਼ਨ ਨਹੀਂ ਦਿੱਤੀ ਜਾ ਰਹੀ, ਕਾਸਟ ਆਧਾਰ ਦੇ ਉੱਪਰ ਜਿਹੜਾ ਹੈ ਵਿਤਕਰਾ ਕੀਤਾ ਜਾਂਦਾ, ਜੇਕਰ ਕੁਝ ਅਜਿਹਾ ਵਾਪਰ ਰਿਹਾ ਹੈ ਤਾਂ ਭਾਰਤ ਦੇ ਲੋਕ ਜਿਹੜੇ ਹੈਗੇ ਨੇ ਉਹ ਕੀ ਕਰ ਸਕਦੇ ਹੈਗੇ ਨੇਗੇ, ਜਾਂ ਤਾਂ ਸਰਵਉੱਚ ਅਦਾਲਤ ਦੇ ਵਿੱਚ ਜਾ ਸਕਦੇ ਨੇ। ਵਿਸ਼ੇਸ਼ ਤੌਰ ਦੇ ਉੱਪਰ ਇਹ ਸਰਵਉੱਚ ਅਦਾਲਤ ਦੇ ਵਿੱਚ ਹੀ ਜਿਹੜਾ ਜਾ ਸਕਦਾ ਹੈ, ਯਾਨੀ ਕਿ ਜਦੋਂ ਵੀ ਫੰਡਾਮੈਂਟਲ ਰਾਈਟਸ ਦੀ ਜਿਹੜੀ ਗੱਲ ਹੋਊਗੀ ਤਾਂ ਉਸ ਨੂੰ ਅਸੀਂ ਸਿੱਧਾ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਲਿਜਾ ਸਕਦੇ ਹਾਂ। ਬਟ ਜੇਕਰ ਤੁਹਾਡੀ ਇੱਛਾ ਹੋਵੇਗੀ ਤਾਂ ਤੁਸੀਂ ਰਾਜ ਅਦਾਲਤ ਦੇ ਵਿੱਚ ਵੀ ਜਿਹੜਾ ਇਸ ਨੂੰ ਪੇਸ਼ ਕਰ ਸਕਦੇ ਹਾਂ, ਬਟ ਇਸ ਨੂੰ ਅਸੀਂ ਸਿੱਧਾ ਜਿਹੜਾ ਹੈ ਸਰਵਉੱਚ ਅਦਾਲਤ ਦੇ ਵਿੱਚ ਵੀ ਲਗਾ ਸਕਦੇ ਹਾਂ। ਸੋ ਇਸ ਨੂੰ ਸਿੱਧਾ ਸਰਵਉੱਚ ਅਦਾਲਤ ਤੱਕ ਪਹੁੰਚਾਉਣ ਦੀ ਜਿਹੜੀ ਵਿਵਸਥਾ ਹੈ ਉਹ ਅਨੁਛੇਦ 32 ਦੇ ਵਿੱਚ ਕੀਤੀ ਗਈ ਹੈ ਕਿ ਜੇਕਰ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਸ ਨੂੰ ਅਸੀਂ ਜਿਹੜਾ ਹੈ ਸਰਵਉੱਚ ਅਦਾਲਤ ਦੀ ਮਦਦ ਦੇ ਨਾਲ ਲਾਗੂ ਕਰਵਾ ਸਕਦੇ ਹੈਗੇ ਹਾਂ। ਇਸ ਤੋਂ ਇਲਾਵਾ ਅਨੁਛੇਦ 226 ਦੇ ਅਧੀਨ ਇਹਨਾਂ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਦੇ ਲਈ ਰਾਜਾਂ ਦੀਆਂ ਉੱਚ ਅਦਾਲਤਾਂ ਦੇ ਵਿੱਚ ਵੀ ਜਿਹੜਾ ਜਾਇਆ ਜਾ ਸਕਦਾ ਹੈ, ਯਾਨੀ ਕਿ ਰਾਜ ਦੇ ਵਿੱਚ ਜੇਕਰ ਅਜਿਹਾ ਕੁਝ ਵਾਪਰਦਾ ਹੈ ਤਾਂ 226 ਨੰਬਰ ਅਨੁਛੇਦ ਦੇ ਅਧੀਨ ਜਿਹੜਾ ਰਾਜ ਦੇ ਵਿੱਚ ਅਦਾਲਤਾਂ ਨੇ ਉੱਥੇ ਜਿਹੜੇ ਲੋਕ ਨੇਗੇ ਭਾਰਤ ਦੇ ਉਹ ਜਾ ਸਕਦੇ ਹੈਗੇ ਨੇ ਆਪਣੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਦੇ ਲਈ। ਨੈਕਸਟ ਹੈ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਦੇ ਲਈ ਅਦਾਲਤਾਂ ਦੁਆਰਾ ਜਾਰੀ ਕੀਤੇ ਜਾਂਦੇ ਲੇਖ। ਸੋ ਆਪਾਂ ਵੈਸੇ ਇੱਕ ਪੜ੍ਹਿਆ ਸੀਗਾ ਜਿਹੜੇ ਆਪਣੇ ਸੁਪਰੀਮ ਕੋਰਟ ਕੀਤੀ ਸੀ ਕਿ ਕੁਛ ਜਿਹੜੀਆਂ ਅਦਾਲਤਾਂ ਦੇ ਦੁਆਰਾ ਲੇਖ ਜਾਰੀ ਕੀਤੇ ਜਾਂਦੇ ਨੇ, ਰਿਟਸ ਜਾਰੀ ਕੀਤੀਆਂ ਨੇ, 5 ਤਰ੍ਹਾਂ ਦੀਆਂ ਇਹ ਰਿਟਸ ਸੀਗੀਆਂ, ਉਹਨਾਂ ਦੇ ਬਾਰੇ ਆਪਾਂ ਐਕਸਪਲੇਨ ਨਹੀਂ ਕੀਤਾ ਸੀ। ਸੋ ਇਹਨਾਂ ਦੇ ਵਿੱਚੋਂ ਐਕਸਪਲੇਨੇਸ਼ਨ ਜਿਹੜੀ ਹੈ ਉਹ ਮਿਲਦੀ ਹੈ। ਸੋ ਪਹਿਲਾਂ ਸੀ ਬੰਦੀ ਪ੍ਰਤੱਖ ਕਰਨ ਦੀ। ਸੋ ਬੰਦੀ ਪ੍ਰਤੱਖੀਕਰਨ ਜਿਹੜਾ ਲੇਖ ਆ ਉਹ ਜਾਰੀ ਕਰ ਸਕਦੀ ਹੈ ਸੁਪਰੀਮ ਕੋਰਟ, ਉੱਚ ਅਦਾਲਤ। ਇਹ ਫੰਡਾਮੈਂਟਲ ਰਾਈਟਸ ਦੇ ਨਾਲ ਹੀ ਸੰਬੰਧਿਤ ਹੈ, ਸੋ ਇਸ ਕਰਕੇ ਇਸ ਦੇ ਵਿੱਚ ਇਨਕਲੂਡ ਕੀਤੇ ਨੇ। ਸੋ ਇਸ ਦੇ ਅਧੀਨ ਹੈ ਹੈਬਿਸ ਕਾਰਪਸ ਜਿਹੜਾ ਹੈ ਇਹ ਇੱਕ ਲਤਾਨੀ ਭਾਸ਼ਾ ਦਾ ਸ਼ਬਦ ਹੈਗਾ ਗਾ, ਔਰ ਇਸ ਭਾਸ਼ਾ ਦਾ ਸ਼ਾਬਦਿਕ ਅਰਥ ਜਿਹੜਾ ਉਹ ਬਣਦਾ ਹੈ ਕਿ ਤੁਸੀਂ ਜਿਹੜਾ ਹੈ ਆਪਣਾ ਸਰੀਰ ਉਹ ਰੱਖ ਸਕਦੇ ਹੈਗੇ ਹੋ। ਇਸ ਦੇ ਅਧੀਨ ਇਹ ਸੀਗਾ ਕਿ ਜਦੋਂ ਵੀ ਕੋਈ ਜਿਹੜੀ ਸਜ਼ਾ ਦਿੱਤੀ ਜਾਊਗੀ ਤਾਂ ਉਹਦੇ ਅਧੀਨ ਹੈ ਨਾ ਇਹ ਧਿਆਨ ਰੱਖਿਆ ਜਾਊਗਾ ਕਿ ਤੁਸੀਂ ਆਪਣੇ ਸਰੀਰ ਨੂੰ ਹੈ ਨਾ ਕਿਸ ਤਰੀਕੇ ਦੇ ਨਾਲ ਰੱਖ ਸਕਦੇ ਹੈਗੇ ਹੋ। ਔਰ ਇਸ ਨੂੰ ਅਸੀਂ ਅਗਰ ਗੱਲ ਕਰੀਏ ਪੂਰੇ ਨੂੰ ਤਾਂ ਇਸ ਦਾ ਭਾਵ ਇਹ ਬਣਦਾ ਹੈ ਕਿ ਜੇਕਰ ਸਰਕਾਰ ਕਿਸੇ ਵਿਅਕਤੀ ਨੂੰ ਕੈਦੀ ਬਣਾ ਲਵੇ
ਤਾਂ ਇੱਕ ਹੁਕਮ ਦੇ ਅਨੁਸਾਰ ਸਰਵਉੱਚ ਅਦਾਲਤ ਜਾਂ ਸੰਬੰਧਿਤ ਉੱਚ ਅਦਾਲਤ ਉਸ ਵਿਅਕਤੀ ਨੂੰ ਕਿਸੇ ਨਜ਼ਦੀਕੀ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਸਰਕਾਰ ਨੂੰ ਨਿਰਦੇਸ਼ ਦੇ ਸਕਦੀਆਂ ਹਨ ਤਾਂ ਜੋ ਉਸ ਦੀ ਗ੍ਰਿਫਤਾਰੀ ਨੂੰ ਕਾਨੂੰਨਤਾ ਜਾਂ ਗੈਰ ਕਾਨੂੰਨਤਾ ਦਾ ਨਿਰਣਾ ਕੀਤਾ ਜਾ ਸਕੇ। ਮੀਨਸ ਕਿ ਜਦੋਂ ਵੀ ਕੋਈ ਵਿਅਕਤੀ ਕੈਦੀ ਜਿਹੜਾ ਹੈ ਨਾ ਫੜਿਆ ਜਾਂਦਾ ਹੈ, ਜੋ ਅਪਰਾਧੀ ਹੁੰਦਾ ਹੈ, ਸੋ ਉਸ ਨੂੰ ਜਿਹੜਾ ਹੈ 24 ਘੰਟੇ ਦੇ ਅੰਦਰ ਜਿਹੜਾ ਹੈ ਨਾ ਅਦਾਲਤ ਦੇ ਵਿੱਚ ਲਿਜਾਣਾ ਜ਼ਰੂਰੀ ਹੁੰਦਾ ਹੈ, ਕਿਉਂਕਿ 24 ਘੰਟੇ ਤੋਂ ਬਾਅਦ ਉਹ ਕੈਦੀ ਨੂੰ ਨਹੀਂ ਰੱਖ ਸਕਦੀ। ਕਾਰਨ ਇਹ ਹੁੰਦਾ ਕਿ 24 ਘੰਟੇ ਦੇ ਅੰਦਰ ਅੰਦਰ ਜਿਹੜਾ ਹੈ ਅਦਾਲਤ ਨੇ ਇਹ ਘੋਸ਼ਿਤ ਕਰਨਾ ਹੁੰਦਾ ਹੈ ਕਿ ਉਹ ਵਿਅਕਤੀ ਜਿਹੜਾ ਹੈ ਉਹ ਐਕਚੁਅਲ ਦੇ ਵਿੱਚ ਦੋਸ਼ੀ ਹੈ ਜਾਂ ਨਹੀਂ ਹੈ। ਸੋ ਉਸ ਨੂੰ ਕਲੀਅਰ ਕਰਕੇ ਹੀ ਜਿਹੜਾ ਇਸ ਤੋਂ ਬਾਅਦ ਰੱਖਿਆ ਜਾ ਸਕਦਾ ਹੈ। ਸੋ ਇਸੇ ਨੂੰ ਹੀ ਬੰਦੀ ਪ੍ਰਤੱਖਣ ਜਿਹੜਾ ਕਿਹਾ ਜਾਂਦਾ ਹੈ। ਸੋ ਇਹ ਲੇਖ ਜਾਰੀ ਹੋ ਸਕਦਾ ਹੈ। ਦੂਸਰਾ ਹੈ ਫਰਮਾਨ ਲੇਖ। ਸੋ ਫਰਮਾਨ ਲੇਖ ਜਿਹੜਾ ਹੈ ਇਸ ਦਾ ਮੈਡਮਸ ਸ਼ਬਦ ਤੋਂ ਇਸ ਨੂੰ ਬਣਾਇਆ ਗਿਆ ਹੈ ਔਰ ਮੈਡਮਸ ਸ਼ਬਦ ਦਾ ਅਰਥ ਹੈ ਅਸੀਂ ਹੁਕਮ ਦਿੰਦੇ ਹਾਂ। ਇਹ ਸੁਪਰੀਮ ਕੋਰਟ ਦੇ ਦੁਆਰਾ ਜਾਰੀ ਕੀਤਾ ਜਾਂਦਾ ਹੈ। ਸੋ ਇਸ ਨਿਰਦੇਸ਼ ਦੇ ਰਾਹੀਂ ਅਦਾਲਤਾਂ ਸਰਕਾਰ ਨੂੰ ਕਾਨੂੰਨ ਅਧੀਨ ਆਪਣੇ ਕਰਤੱਵਾਂ ਨੂੰ ਪੂਰਾ ਕਰਨ ਦੇ ਲਈ ਆਦੇਸ਼ ਦੇ ਸਕਦੀਆਂ ਨੇ। ਇਸ ਰਾਹੀਂ ਅਧਿਕਾਰਾਂ ਸੰਬੰਧੀ ਸਰਕਾਰਾਂ ਦੀਆਂ ਉਹਨਾਂ ਅਣਗਹਿਲੀਆਂ ਨੂੰ ਸੋਧਿਆ ਜਾ ਸਕਦਾ ਹੈ ਜੋ ਨਾਗਰਿਕਾਂ ਦੇ ਅਧਿਕਾਰਾਂ ਦੇ ਲਈ ਖਤਰਨਾਕ ਸਿੱਧ ਹੁੰਦੀਆਂ ਨੇ। ਮੇਨ ਜਿਹੜੀ ਸੁਪਰੀਮ ਕੋਰਟ ਹੈ ਉਹ ਇਹ ਆਦੇਸ਼ ਜਾਰੀ ਕਰ ਸਕਦੀ ਹੈ ਕਿ ਜਿਹੜੇ ਵੀ ਨਾਗਰਿਕ ਉਹ ਅਰੈਸਟ ਕਰਦੀ ਹੈ, ਸੋ ਪਹਿਲਾਂ ਉਸ ਦੀ ਜਿਹੜੀ ਕਰ ਸਕਦੇ ਹਨ ਪੂਰੀ ਵੈਰੀਫਿਕੇਸ਼ਨ ਕਰ ਲਿਆ ਕਰੋ ਕਿ ਵਾਕਈ ਹੀ ਉਹਨਾਂ ਨੇ ਕ੍ਰਾਈਮ ਕੀਤਾ ਹੈ ਜਾਂ ਉਹੀ ਵਿਅਕਤੀ ਹੈ, ਫਿਰ ਹੀ ਤੁਸੀਂ ਕਰਿਆ ਕਰੋ। ਕਿਉਂਕਿ ਕਈ ਵਾਰ ਜਿਹੜਾ ਹੈ ਤੁਸੀਂ ਨਿਰਦੋਸ਼ ਵਿਅਕਤੀ ਨੂੰ ਪਕੜ ਲਿਆਉਂਦੇ ਆ ਜਿਸ ਦੇ ਨਾਲ ਉਸ ਦੀ ਸੁਤੰਤਰਤਾ ਦੇ ਉੱਪਰ ਜਿਹੜਾ ਹੈ ਨਾ ਇਫੈਕਟ ਪੈਂਦਾ ਹੈ। ਨੈਕਸਟ ਹੈ ਵਰਜਨ ਲੇਖ। ਸੋ ਪ੍ਰੋਬੇਸ਼ਨ ਜਿਹੜਾ ਹੈ ਸੋ ਇਸ ਦੇ ਅਧੀਨ ਹੈ। ਸੋ ਇਹ ਲੇਖ ਜਿਹੜਾ ਹੈ ਅਦਾਲਤ ਦੇ ਵੱਲੋਂ ਕਿਸੇ ਅਧਿਕਾਰੀ ਨੂੰ ਅਜਿਹਾ ਕੰਮ ਕਰਨ ਤੋਂ ਰੋਕਣ ਦੇ ਲਈ ਜਾਰੀ ਕੀਤਾ ਜਾਂਦਾ ਹੈ ਜੋ ਕਾਨੂੰਨ ਦੇ ਵਿਰੁੱਧ ਹੋਵੇ ਜਾਂ ਉਸ ਦੇ ਅਧਿਕਾਰ ਖੇਤਰ ਤੋਂ ਬਾਹਰ ਹੋਵੇ। ਸੋ ਧਿਆਨ ਰੱਖਣਾ ਕਿ ਇਹ ਕਿਸੇ ਅਧਿਕਾਰੀ ਨੂੰ ਅਜਿਹਾ ਕੰਮ ਕਰਨ ਤੋਂ ਰੋਕਣ ਦੇ ਲਈ ਹੈ ਜੋ ਕਾਨੂੰਨ ਦੇ ਵਿਰੁੱਧ ਹੁੰਦਾ ਹੈ ਜਾਂ ਉਸ ਦੇ ਅਧਿਕਾਰ ਖੇਤਰ ਤੋਂ ਬਾਹਰ ਹੋ ਸਕਦਾ ਹੈ। ਮੀਨਜ਼ ਕਿ ਕਿਸੇ ਪੁਲਿਸ ਅਧਿਕਾਰੀ ਨੂੰ ਹੋਣਾ ਇਹ ਨਹੀਂ ਹੈ ਪਰਸਨਲੀ ਤੌਰ ਦੇ ਉੱਪਰ ਜਾ ਕੇ ਕਿਸੇ ਨੂੰ ਗੋਲੀ ਮਾਰ ਦਿੱਤੀ ਜਾਵੇ, ਪਰਸਨਲੀ ਤੌਰ ਤਰੀਕੇ ਨਾਲ ਜੇ ਕਿਸੇ ਦੀ ਰੰਜਿਸ਼ ਹੈ ਤਾਂ ਉਸ ਨੂੰ ਉਹ ਪਕੜ ਕੇ ਜੇਲ੍ਹ 'ਚ ਕਰ ਦੇਵੇ। ਅਜਿਹਾ ਨਹੀਂ ਹੋਊਗਾ। ਜੇਕਰ ਕਾਨੂੰਨ ਸਮਝੇਗਾ ਤਦ ਹੀ ਉਸ ਨੂੰ ਜਿਹੜਾ ਹੈ ਨਾ ਕ੍ਰਾਈਮ ਜਿਹੜਾ ਪੇਸ਼ ਕੀਤਾ ਜਾਊਗਾ, ਉਸ ਦੇ ਆਧਾਰ ਦੇ ਉੱਪਰ ਹੀ ਅਰੈਸਟ ਕੀਤਾ ਜਾਊਗਾ। ਨੈਕਸਟ ਹੈ ਉਤਪ੍ਰੇਖਣ ਲੇਖ। ਸੋ ਇਸ ਦੇ ਅਧੀਨ ਹੈ ਕਿ ਇਸ ਸ਼ਬਦ ਦੇ ਅਰਥ ਨੂੰ ਅਸੀਂ ਸਮਝੀਏ ਤਾਂ ਪੂਰਨ ਰੂਪ ਦੇ ਵਿੱਚ ਸੂਚਨਾ ਪ੍ਰਾਪਤ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਇਸ ਦੇ ਵਿੱਚ ਆ ਜਾਂਦਾ ਹੈ ਔਰ ਇਹ ਲੇਖ ਜਿਹੜਾ ਹੈ ਉਚੇਰੀਆਂ ਅਦਾਲਤਾਂ ਨੂੰ ਹੇਠਲੀਆਂ ਅਦਾਲਤਾਂ ਦੇ ਦੁਆਰਾ ਜਾਰੀ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਦੇ ਦੁਆਰਾ ਹਾਈ ਕੋਰਟਸ ਨੂੰ ਇਹ ਜਿਹੜਾ ਜਾਰੀ ਕੀਤਾ ਜਾਂਦਾ ਹੈ ਕਿ ਅਸੀਂ ਜਿਹੜਾ ਹੈ ਕਿਸੇ ਵੀ ਕੈਦੀ ਦੇ ਦੁਆਰਾ ਕਿਸੇ ਵੀ ਮੁਕੱਦਮੇ ਦੇ ਬਾਰੇ ਅਸੀਂ ਜਿਹੜੀ ਜਾਣਕਾਰੀ ਹੈ ਉਹ ਲੈ ਸਕਦੇ ਹਾਂ, ਮੰਗਵਾ ਸਕਦੇ ਹਾਂ ਜੇਕਰ ਸਾਨੂੰ ਯੋਗ ਲੱਗੇ, ਸਾਨੂੰ ਠੀਕ ਲੱਗੇ ਕਿ ਸਾਨੂੰ ਇਸ ਜਾਣਕਾਰੀ ਦੀ ਜ਼ਰੂਰਤ ਹੈਗੀ ਹੈਗੀ। ਓਕੇ, ਨੈਕਸਟ ਹੈ ਅਧਿਕਾਰ ਪ੍ਰੀਖਿਆ ਲੇਖ। ਸੋ ਇਸ ਦੇ ਅਧੀਨ ਇਹ ਹੈ ਕਿ ਕਿਸੇ ਸ਼ਕਤੀ ਦੇ ਦੁਆਰਾ, ਠੀਕ ਹੈ, ਕੋਇਟਿਵ ਬ੍ਰਾਂਟੋ ਸ਼ਬਦ ਦਾ ਅਰਥ ਹੈ ਕਿ ਕਿਸੇ ਸ਼ਕਤੀ ਦੇ ਦੁਆਰਾ ਲਾਗੂ ਕਰਨਾ। ਸੋ ਇਸ ਦੇ ਵਿੱਚ ਹੈ ਕਿ ਇਸ ਹੁਕਮ ਰਾਹੀਂ ਅਦਾਲਤ ਕਿਸੇ ਅਜਿਹੇ ਵਿਅਕਤੀ ਨੂੰ ਜਿਸ ਦੀ ਨਿਯੁਕਤੀ ਜਾਂ ਚੋਣ ਕਾਨੂੰਨ ਦੇ ਅਨੁਸਾਰ ਨਾ ਹੋਈ ਹੋਵੇ ਆਪਣਾ ਸਰਕਾਰੀ ਕੰਮ ਕਰਨ ਤੋਂ ਰੋਕ ਸਕਦੀ ਹੈ। ਮੀਨਸ ਕਿ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਅਦਾਲਤ ਦੇ ਨਾਲ ਸੰਬੰਧ ਹੁੰਦਾ ਹੈ, ਪੁਲਿਸ ਡਿਪਾਰਟਮੈਂਟ ਦੇ ਨਾਲ ਸੰਬੰਧ ਹੁੰਦਾ ਹੈ ਤਾਂ ਉਹਦੀ ਨਿਯੁਕਤੀ ਜਿਹੜੀ ਹੈ ਉਹ ਕਾਨੂੰਨ ਦੇ ਅਨੁਸਾਰ ਹੋਣੀ ਜ਼ਰੂਰੀ ਹੈ। ਆਪਣੀ ਮਰਜ਼ੀ ਦੇ ਨਾਲ ਕੋਈ ਬਣਿਆ ਹੋਇਆ ਜਿਹੜਾ ਅਧਿਕਾਰੀ ਹੈ ਉਸ ਨੂੰ ਨਹੀਂ ਨਿਯੁਕਤ ਕੀਤਾ ਜਾਊਗਾ, ਉਹ ਸਜ਼ਾ ਨਹੀਂ ਦੇ ਸਕਦਾ। ਉਹ ਸਰਕਾਰੀ ਕੰਮ ਕਰਨ ਤੋਂ ਉਸ ਨੂੰ ਰੋਕਣ ਦੀ ਜਿਹੜੀ ਸ਼ਕਤੀ ਦਿੱਤੀ ਗਈ ਹੈ ਉਹ ਅਧਿਕਾਰ ਪ੍ਰੀਖਿਆ ਲੇਖ ਦੇ ਅਧੀਨ ਕੀਤੀ ਗਈ ਹੈ। ਸੋ ਇਹ 5 ਲੇਖ ਨੇ ਜਿਹੜੇ ਕਿ ਸੁਪਰੀਮ ਕੋਰਟ ਜਾਰੀ ਕਰ ਸਕਦੀ ਹੈ ਔਰ ਇਹਨਾਂ ਸਾਰੇ ਲੇਖਾਂ ਦਾ ਅਰਥ ਹੈ ਕਿ ਭਾਰਤ ਦੇ ਨਾਗਰਿਕਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਐਸਟੈਬਲਿਸ਼ ਜਿਹੜਾ ਹੈ ਉਹ ਰੱਖਿਆ ਜਾ ਸਕੇ। ਓਕੇ, ਸੋ ਇਸ ਤੋਂ ਇਲਾਵਾ ਮੌਲਿਕ ਅਧਿਕਾਰਾਂ ਦੇ ਸੰਬੰਧੀ ਕੁਝ ਮਹੱਤਵਪੂਰਨ ਤੱਤ ਨੇਗੇ ਜੋ ਐਕਸਪਲੇਨ ਨਹੀਂ ਕੀਤੇ ਬਟ ਇਸ ਦੇ ਲਈ ਜ਼ਰੂਰੀ ਹੈ। ਸੋ ਪਹਿਲਾ ਹੈ ਕਿ ਮੌਲਿਕ ਅਧਿਕਾਰਾਂ ਦੀ ਸੁਰੱਖਿਅਤ ਰੱਖਣ ਦੀ ਜਿਹੜੀ ਸੰਵਿਧਾਨਕ ਗਰੰਟੀ ਮਿਲਦੀ ਹੈ ਇਹ ਅਨੁਛੇਦ 13 ਭਾਗ 2 ਦੇ ਵਿੱਚ ਮਿਲਦੀ ਹੈ ਕਿ ਸੰਵਿਧਾਨਕ ਜਿਹੜੀ ਗਰੰਟੀ ਦਿੰਦਾ ਹੈ, ਯਾਨੀ ਕਿ ਸੰਵਿਧਾਨ ਜਿਹੜਾ ਗਰੰਟੀ ਦਿੰਦਾ ਹੈ ਸਾਡੇ ਮੌਲਿਕ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦੀ, ਇਹ ਅਨੁਛੇਦ 13 ਤੇ ਭਾਗ 2 ਦੇ ਵਿੱਚ ਆ ਜਾਂਦਾ ਹੈ। ਅਨੁਛੇਦ 13 ਭਾਗ 2 ਦੇ ਮੁਤਾਬਕ ਰਾਜ ਕੋਈ ਵੀ ਅਜਿਹਾ ਕਾਨੂੰਨ ਜਿਹੜਾ ਉਹ ਨਹੀਂ ਬਣਾਵੇਗਾ ਜੋ ਸੰਵਿਧਾਨ ਦੇ 3 ਭਾਗ ਵਿੱਚ ਸ਼ਾਮਲ ਮੌਲਿਕ ਅਧਿਕਾਰਾਂ ਨੂੰ ਖਤਮ ਕਰਦਾ ਹੋਵੇ ਜਾਂ ਘੱਟ ਕਰਦਾ ਹੋਵੇ। ਸੋ ਇਸ ਲਈ ਇਹ ਗਰੰਟੀ ਪ੍ਰੋਵਾਈਡ ਕਰਦਾ ਹੈ। ਇਸ ਤੋਂ ਇਲਾਵਾ ਅਨੁਛੇਦ 352 ਅਨੁਛੇਦ 356 ਦੇ ਤਹਿਤ ਸੰਕਟਕਾਲੀਨ ਸਥਿਤੀ ਯਾਨੀ ਕਿ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਅਨੁਛੇਦ 19 ਭਾਗ 1 ਦੇ ਵਿੱਚ ਜਿਹੜਾ ਸ਼ਾਮਲ ਸੁਤੰਤਰ ਦਾ ਅਧਿਕਾਰ ਹੈ ਉਹ ਸਮਾਪਤ ਹੋ ਜਾਵੇਗਾ। ਠੀਕ ਹੈ, ਸੋ ਸੁਤੰਤਰਤਾ ਦਾ ਅਧਿਕਾਰ ਹੈ ਉਹ ਸਮਾਪਤ ਹੋ ਜਾਂਦਾ ਹੈ ਜੋ 19(1) ਦੇ ਵਿੱਚ ਸ਼ਾਮਲ ਹੈ 352 ਅਤੇ 356 ਨੰਬਰ ਐਮਰਜੈਂਸੀ ਦੇ ਅਧੀਨ। ਅਨੁਛੇਦ 12 ਦੇ ਅਨੁਸਾਰ ਮੌਲਿਕ ਅਧਿਕਾਰ ਰਾਜਾਂ ਦੇ ਵਿਰੁੱਧ ਸੁਰੱਖਿਆ ਹੈ। ਮੀਨਸ ਕਿ ਰਾਜ ਜਿਹੜੇ ਨੇ ਆਪਣੀ ਮਰਜ਼ੀ ਦੇ ਨਾਲ ਕੋਈ ਕਾਨੂੰਨ ਨਹੀਂ ਪਾਸ ਕਰ ਸਕਦੇ, ਲੋਕਾਂ ਦੇ ਪੱਖ ਦੇ ਲਈ ਜਿਹੜੀ ਗੱਲ ਕਰਨਗੇ। ਇਸ ਤੋਂ ਇਲਾਵਾ ਅਨੁਛੇਦ 13 ਦੇ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਔਰ ਇਸ ਵਿੱਚ ਨਿਆਇਕ ਪੁਨਰਰੀਖਣ ਦੀ ਸ਼ਕਤੀ ਵੀ ਜਿਹੜੀ ਹੈ ਉਹ ਮੌਜੂਦ ਹੈ ਜੋ ਕਿ ਸੁਪਰੀਮ ਕੋਰਟ ਦੇ ਦੁਆਰਾ ਯੂਜ਼ ਕੀਤੀ ਜਾਂਦੀ ਹੈ, ਜੁਡੀਸ਼ੀਅਲ ਰਿਵਿਊ।
ਇਸ ਤੋਂ ਇਲਾਵਾ SR ਬੁੰਮਈ ਬਨਾਮ ਭਾਰਤ ਸੰਘ 1994 ਦੇ ਵਿੱਚ ਪੰਥ ਨਿਰਪੱਖਤਾ ਨੂੰ ਆਧਾਰਭੂਤ ਢਾਂਚੇ ਦਾ ਜਿਹੜਾ ਭਾਗ ਹੈ ਉਹ ਘੋਸ਼ਿਤ ਕੀਤਾ ਗਿਆ ਸੀਗਾ ਇਸ ਕੇਸ ਦੇ ਰਾਹੀਂ, ਯਾਨੀ ਕਿ SR ਬੁੰਮਈ ਬਨਾਮ ਭਾਰਤ ਸੰਘ 1994 ਦੇ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੇ ਵਿੱਚ ਪੰਥ ਨਿਰਪੱਖਤਾ ਨੂੰ ਜਿਹੜਾ ਹੈ ਨਾ ਬੇਸ ਹੈ ਉਹ ਪੇਸ਼ ਕੀਤਾ ਗਿਆ ਸੀ, ਢਾਂਚਾ ਜਿਹੜਾ ਹੈ ਉਸ ਦਾ ਘੋਸ਼ਿਤ ਕੀਤਾ ਗਿਆ ਸੀਗਾ। ਨੈਕਸਟ ਹੈ ਆਨੰਦ ਸ਼ਰਮਾ ਮਾਮਲੇ, ਇਹ 1995 ਦੇ ਵਿੱਚ ਸੀ। ਸੋ ਇਸ ਦੇ ਵਿੱਚ ਨਿਆਂਪਾਲਕਾਂ ਨੇ ਇਹ ਸਪਸ਼ਟ ਕੀਤਾ ਸੀ ਕਿ ਧਰਮ ਦੀ ਆਜ਼ਾਦੀ ਵਿੱਚ ਮਾਨਵੀ ਖੋਪੜੀਆਂ ਦੇ ਨਾਲ ਤਾਂਡਵ ਨਾਚ ਕਰਨ ਦਾ ਅਧਿਕਾਰ ਸ਼ਾਮਲ ਨਹੀਂ ਹੈਗਾ ਗਾ। ਠੀਕ ਹੈ, ਧਰਮ ਦੀ ਆਜ਼ਾਦੀ ਜ਼ਰੂਰ ਹੈ ਬਟ ਜਿਹੜੇ ਤਾਂਡਵ ਨਾਚ ਨੇਗੇ, ਠੀਕ ਹੈ, ਜੋ ਕਹਿ ਸਕਦੇ ਵਹਿਮ ਭਰਮ ਨੇ, ਉਹਨਾਂ ਦੇ ਬਾਰੇ ਜਿਹੜਾ ਸ਼ਾਮਲ ਨਹੀਂ ਹੈਗਾ ਇਸ ਦੇ ਵਿੱਚ। ਠੀਕ ਹੈ, ਇਸ ਤੋਂ ਇਲਾਵਾ ਸੈਂਟ ਸਟੀਫਨਸ ਕਾਲਜ ਬਨਾਮ ਦਿੱਲੀ ਯੂਨੀਵਰਸਿਟੀ 1992 ਦਾ ਕੇਸ, ਇਸ ਦੇ ਵਿੱਚ ਅਦਾਲਤ ਨੇ ਆਦੇਸ਼ ਦਿੱਤਾ ਸੀ ਕਿ ਘੱਟ ਸੰਖਿਆ ਸਿੱਖਣ ਸੰਸਾਧਨ ਆਪਣੇ ਸਮੁਦਾਇ ਦੇ ਵਿਦਿਆਰਥੀਆਂ ਦੇ ਲਈ ਘੱਟੋ ਘੱਟ 50% ਜਿਹੜੇ ਸਥਾਨ ਹੈ ਉਹ ਰਾਖਵੇਂ ਰੱਖ ਸਕਦੀ ਹੈ। ਯਾਨੀ ਕਿ 1992 ਦੇ ਵਿੱਚ ਇਹ ਚੀਜ਼ ਹੈ ਨਾ ਲਾਗੂ ਹੋਈ ਸੀ ਕਿ 50% ਜਿਹੜਾ ਸਥਾਨ ਹੈ ਉਹ ਰੱਖਿਆ ਜਾ ਸਕਦਾ ਹੈ ਜਿੱਥੇ ਵੀ ਘੱਟ ਸੰਖਿਆ ਦੇ ਨਾਲ ਸੰਬੰਧਿਤ ਸਮੱਸਿਆ ਆਉਂਦੀ ਹੈ। ਓਕੇ, ਸੋ ਇਹ ਕੁਛ ਮਹੱਤਵਪੂਰਨ ਜਾਣਕਾਰੀ ਸੀ ਜੋ ਉਸ ਦੇ ਨਾਲ ਰਿਲੇਟਡ ਸੀ। ਸੋ ਇਸ ਤੋਂ ਇਲਾਵਾ ਕੁਛ ਜਿਹੜੇ ਇੰਪੋਰਟੈਂਟ ਕੁਐਸਚਨ ਨੇ ਜੋ ਵੱਖ-ਵੱਖ ਐਗਜ਼ਾਮ ਦੇ ਵਿੱਚ ਆਏ ਨੇ, ਸੋ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਹੈ। ਸੋ ਪਹਿਲਾ ਕੁਐਸਚਨ ਹੈ, ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰਾਂ ਨੂੰ ਕਿਹੜੇ ਅਨੁਛੇਦ ਦੇ ਅਧੀਨ ਰੱਖਿਆ ਗਿਆ ਹੈ? ਆਪਸ਼ਨ 1 ਹੈ ਅਨੁਛੇਦ 14 ਤੋਂ 15, ਆਪਸ਼ਨ 2 ਹੈ ਅਨੁਛੇਦ 14 ਤੋਂ 25, ਆਪਸ਼ਨ 3 ਹੈ ਅਨੁਛੇਦ 14 ਤੋਂ 56 ਅਤੇ ਆਪਸ਼ਨ 4 ਹੈ ਅਨੁਛੇਦ 14 ਤੋਂ 32। ਤਾਂ ਭਾਰਤੀ ਕੌਂਸਟੀਟਿਊਸ਼ਨ ਦੇ ਵਿੱਚ, ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਜਿਹੜੇ ਫੰਡਾਮੈਂਟਲ ਰਾਈਟਸ ਮਿਲਦੇ ਹੈਗੇ ਨੇ, ਸੋ ਇਹਨਾਂ ਦੀ ਵਿਵਸਥਾ ਜਿਹੜੀ ਹੈ ਉਹ ਡੀ ਆਪਸ਼ਨ ਦੇ ਵਿੱਚ ਹੈ, ਯਾਨੀ ਕਿ 14 ਤੋਂ 32 ਨੰਬਰ ਜਿਹੜੇ ਅਨੁਛੇਦ ਨੇ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਭਾਗ ਤੀਜੇ ਦੇ ਵਿੱਚ, ਸੋ ਉਸ ਦੇ ਵਿੱਚ ਸਾਡੇ ਮੌਲਿਕ ਅਧਿਕਾਰਾਂ ਦੀ ਜਿਹੜੀ ਹੈ ਉਹ ਵਿਵਸਥਾ ਕੀਤੀ ਗਈ ਹੈ। ਨੈਕਸਟ ਹੈ ਸੈਕੰਡ ਕੁਐਸਚਨ, ਸੋ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਮੌਲਿਕ ਅਧਿਕਾਰਾਂ ਦੀ ਜਿਹੜੀ ਗਿਣਤੀ ਹੈ ਜਾਂ ਕਿੰਨੇ ਸ਼ਾਮਲ ਹੈਗੇ ਨੇ? ਸੋ ਆਪਸ਼ਨ 1 ਹੈ 7 ਨੇ, ਆਪਸ਼ਨ 2 ਹੈ 6 ਨੇ, ਆਪਸ਼ਨ 3 ਹੈ ਅਤੇ ਆਪਸ਼ਨ 4 ਹੈ 5 ਹੈ। ਸੋ ਧਿਆਨ ਰੱਖਣਾ ਕਿ ਭਾਰਤੀ ਸੰਵਿਧਾਨ ਜਦੋਂ ਲਾਗੂ ਹੋਇਆ ਸੀ, ਸੋ ਉਸ ਸਮੇਂ ਜਿਹੜਾ ਇਸ ਦੇ ਵਿੱਚ 7 ਸੀਗੇ ਜਿਹਨੂੰ ਸੰਪੱਤੀ ਦਾ ਅਧਿਕਾਰ ਕਿਹਾ ਜਾਂਦਾ ਸੀ, ਬਟ ਸੰਪੱਤੀ ਦਾ ਅਧਿਕਾਰ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਸੀ ਬਾਅਦ ਦੇ ਵਿੱਚ। ਵਰਤਮਾਨ ਸਮੇਂ ਸਾਡੇ ਕੋਲੇ ਭਾਰਤੀ ਸੰਵਿਧਾਨ ਦੇ ਵਿੱਚ ਟੋਟਲ 6 ਮੌਲਿਕ ਅਧਿਕਾਰ ਜਿਹੜੇ ਨੇ ਉਹ ਸ਼ਾਮਲ ਹੈਗੇ ਨੇਗੇ। ਥਰਡ ਕੁਐਸਚਨ ਹੈ, ਸਮਾਨਤਾ ਦਾ ਅਧਿਕਾਰ ਕਿਸ ਆਰਟੀਕਲ ਦੇ ਅਧੀਨ ਆਉਂਦਾ ਹੈ? ਸੋ ਆਪਸ਼ਨ 1 ਹੈ 14 ਤੋਂ 16, ਆਪਸ਼ਨ 2 ਹੈ 14 ਤੋਂ 18, ਆਪਸ਼ਨ 3 ਹੈ 14 ਤੋਂ 19 ਅਤੇ ਆਪਸ਼ਨ 4 ਹੈ 14 ਤੋਂ 15। ਸਮਾਨਤਾ ਦਾ ਅਧਿਕਾਰ ਯਾਨੀ ਕਿ ਸਾਰੇ ਭਾਰਤ ਦੇ ਨਾਗਰਿਕ ਜਿਹੜੇ ਨੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਸਮਾਨ ਹੋਣਗੇ, ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਗਿਆ। ਸੋ ਇਸ ਦੀ ਵਿਵਸਥਾ ਹੈ ਜਿਹੜੀ ਉਹ ਭਾਰਤੀ ਸੰਵਿਧਾਨ ਦੇ ਆਰਟੀਕਲ 14 ਤੋਂ 18 ਦੇ ਵਿੱਚ ਜਿਹੜਾ ਇਸ ਦਾ ਵਰਣਨ ਕੀਤਾ ਗਿਆ ਹੈ। ਨੈਕਸਟ ਹੈ 4 ਨੰਬਰ, ਅਫਸਰਾਂ ਦੀ ਸਮਾਨਤਾ ਦੇ ਅਧਿਕਾਰ ਯਾਨੀ ਕਿ ਮੌਕੇ ਜਿਹੜੇ ਨੇ ਸਾਰਿਆਂ ਨੂੰ ਬਰਾਬਰ ਦਿੱਤੇ ਜਾਣਗੇ। ਸੋ ਇਸ ਸੰਬੰਧੀ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਆਉਂਦਾ ਹੈ? ਸੋ ਆਪਸ਼ਨ 1 ਹੈ ਅਨੁਛੇਦ 15, ਆਪਸ਼ਨ 2 ਹੈ 18, ਆਪਸ਼ਨ 3 ਹੈ 16 ਅਤੇ ਆਪਸ਼ਨ 4 ਹੈ 17। ਅਫਸਰਾਂ ਦੀ ਜਿਹੜੀ ਸਮਾਨਤਾ ਯਾਨੀ ਕਿ ਮੌਕਿਆਂ ਦੀ ਜਿਹੜੀ ਸਮਾਨਤਾ ਹੈ, ਸੋ ਇਸ ਪ੍ਰਤੀ ਜਿਹੜਾ ਹੈ ਭਾਰਤੀ ਸੰਵਿਧਾਨ ਦਾ ਅਨੁਛੇਦ 16 ਜਿਹੜਾ ਹੈ ਉਹ ਐਕਸਪਲੇਨ ਕਰਦਾ ਹੈ ਕਿ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਜਿਹੜਾ ਹੈ ਹਰ ਤਰ੍ਹਾਂ ਦੀ ਜੋਬ ਦੇ ਲਈ, ਹਰ ਤਰ੍ਹਾਂ ਦੇ ਕੰਮ ਕਰਨ ਦੇ ਲਈ ਜਿਹੜੇ ਹੈ ਨਾ ਮੌਕੇ ਨੇ ਉਹ ਬਰਾਬਰ ਦਿੱਤੇ ਜਾਣਗੇ, ਕੋਈ ਭੇਦਭਾਵ ਉਹਨਾਂ ਦੇ ਨਾਲ ਨਹੀਂ ਹੋਵੇਗਾ। ਨੈਕਸਟ ਹੈ 5 ਨੰਬਰ ਕੁਐਸਚਨ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਕਿਸ ਆਰਟੀਕਲ ਦੇ ਅਧੀਨ ਆਉਂਦਾ ਹੈ? ਸੋ ਆਪਸ਼ਨ 1 ਹੈ 14 ਨੰਬਰ ਦੇ, ਆਪਸ਼ਨ 2 ਹੈ 15 ਨੰਬਰ ਦੇ, ਆਪਸ਼ਨ 3 ਹੈ 16 ਦੇ ਅਤੇ ਆਪਸ਼ਨ 4 ਹੈ 17 ਦੀ। ਅਗਰ ਗੱਲ ਕੀਤੀ ਜਾਵੇ ਕਿ ਸਾਰੇ ਨਾਗਰਿਕ ਜਿਹੜੇ ਨੇ ਕਾਨੂੰਨ ਦੇ ਸਾਹਮਣੇ ਜਿਹੜਾ ਹੈ ਨਾ ਬਰਾਬਰ ਹੈਗੇ ਨੇ, ਕੋਈ ਭੇਦਭਾਵ ਉਹਨਾਂ ਦੇ ਨਾਲ ਨਹੀਂ ਕੀਤਾ ਜਾਂਦਾ, ਸੋ ਇਸ ਸੰਬੰਧੀ ਭਾਰਤੀ ਸੰਵਿਧਾਨ ਦਾ ਆਰਟੀਕਲ ਜਿਹੜਾ 14 ਹੈ ਉਹ ਐਕਸਪਲੇਨ ਕਰਦਾ ਹੈ। ਨੈਕਸਟ ਹੈ 6 ਨੰਬਰ, ਛੂਤ ਛਾਤ ਦੀ ਸਮਾਪਤੀ ਕਿਸ ਆਰਟੀਕਲ ਦੇ ਅਧੀਨ ਕੀਤੀ ਗਈ ਹੈ? ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਵਾਰ ਇਹ ਕੁਐਸਚਨ ਆਉਂਦਾ ਹੁੰਦਾ ਹੈ। ਸੋ ਛੂਤ ਛਾਤ ਦੀ ਜਿਹੜੀ ਕਹਿ ਸਕਦੇ ਹਾਂ ਅਨਟਚੇਬਿਲਿਟੀ ਦੀ ਜਿਹੜੀ ਸਮਾਪਤੀ ਹੈ ਉਹ ਕਿਸ ਆਰਟੀਕਲ ਦੇ ਅਧੀਨ ਹੈ? ਸੋ ਆਪਸ਼ਨ 1 ਹੈ 15 ਨੰਬਰ ਆਰਟੀਕਲ, ਆਪਸ਼ਨ 2 ਹੈ 17, ਆਪਸ਼ਨ 3 ਹੈ 18 ਅਤੇ ਆਪਸ਼ਨ 4 ਹੈ B। ਤਾਂ ਛੂਤ ਛਾਤ ਦੀ ਜਿਹੜੀ ਸਮਾਪਤੀ ਹੈ ਉਹ ਭਾਰਤੀ ਸੰਵਿਧਾਨ ਦੇ ਆਰਟੀਕਲ 17 ਦੇ ਵਿੱਚ ਕੀਤੀ ਗਈ ਹੈ। ਸੋ ਇਸ ਦੇ ਵਿੱਚ ਜਿਹੜਾ ਹੈ ਨਾ ਪੂਰਨ ਤੌਰ ਦੇ ਉੱਪਰ ਇਹ ਪਾਬੰਦੀ ਹੈ ਕਿ ਕਿਸੇ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਨਾ ਗਰੀਬ ਅਮੀਰ ਦੇ ਆਧਾਰ ਦੇ ਉੱਪਰ ਜਿਹੜਾ ਹੈ ਉਹ ਨਹੀਂ ਵਾਪਰੇਗਾ। ਸੋ ਹੈ ਨਾ ਮਾਰਿਆ ਨਹੀਂ ਜਾਊਗਾ, ਉਹਨਾਂ ਨੂੰ ਕੁੱਟਿਆ ਨਹੀਂ ਜਾਊਗਾ, ਸੋ ਰੋਕ ਨਹੀਂ ਲਗਾਈ ਜਾਊਗੀ ਕਿਸੇ ਤਰ੍ਹਾਂ ਦੀ। ਸੋ 17 ਨੰਬਰ ਆਰਟੀਕਲ ਜਿਹੜਾ ਹੈ ਉਹ ਛੂਤ ਛਾਤ ਦੀ ਜਿਹੜੀ ਸਮਾਪਤੀ ਹੈ ਉਸ ਨੂੰ ਕਰਦਾ ਹੈ। ਨੈਕਸਟ ਹੈ 7 ਨੰਬਰ, ਸੁਤੰਤਰਤਾ ਦਾ ਅਧਿਕਾਰ ਕਿਸ ਅਨੁਛੇਦ ਦੇ ਅਧੀਨ ਦਿੱਤਾ ਗਿਆ ਹੈ? ਸੋ ਆਪਸ਼ਨ 1 ਹੈ ਅਨੁਛੇਦ 19 ਤੋਂ 25, ਆਪਸ਼ਨ 2 ਹੈ 19 ਤੋਂ 22, ਆਪਸ਼ਨ 3 ਹੈ 19 ਤੋਂ 21 ਅਤੇ ਆਪਸ਼ਨ 4 ਹੈ 19 ਤੋਂ 35।
ਤਾਂ ਸੁਤੰਤਰਤਾ ਫਰੀडम ਜਿਹੜੀ ਹੈ ਇਸ ਦਾ ਜਿਹੜਾ ਰਾਈਟ ਹੈ ਸਾਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 19 ਤੋਂ 22 ਦੇ ਵਿੱਚ ਦਿੱਤਾ ਗਿਆ ਹੈ, ਜਿਸ ਦੇ ਅਧੀਨ ਅਸੀਂ ਪੂਰਨ ਤੌਰ ਦੇ ਉੱਪਰ ਸੁਤੰਤਰਤਾ ਹੈ, ਸਾਨੂੰ ਬੋਲਣ ਦਾ ਅਧਿਕਾਰ ਹੈ। ਠੀਕ ਹੈ, ਅਸੀਂ ਭਾਸ਼ਣ ਦੇ ਸਕਦੇ ਹਾਂ, ਇਕੱਠੇ ਹੋ ਸਕਦੇ ਹਾਂ, ਭਾਰਤ ਦੇ ਕਿਸੇ ਰਾਜ ਦੇ ਵਿੱਚ ਵੀ ਕਿਸੇ ਖੇਤਰ ਦੇ ਵਿੱਚ ਵੀ ਅਸੀਂ ਘੁੰਮ ਫਿਰ ਸਕਦੇ ਹਾਂ, ਕਿਤੇ ਵੀ ਰਹਿ ਸਕਦੇ ਹਾਂ, ਕਿਤੇ ਵੀ ਜੌਬ ਜਿਹੜੀ ਹੈ ਉਹ ਕਰ ਸਕਦੇ ਹੈਗੇ ਹਾਂ। ਨੈਕਸਟ ਹੈ 8 ਨੰਬਰ, ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਕਿਸ ਅਨੁਛੇਦ ਦੇ ਅਨੁਸਾਰ ਹੈ? ਸੋ ਆਪਸ਼ਨ 1 ਹੈ 19 ਨੰਬਰ ਦੇ, ਆਪਸ਼ਨ 2 ਹੈ 18 ਦੇ, ਆਪਸ਼ਨ 3 ਹੈ 20 ਦੇ ਅਤੇ ਆਪਸ਼ਨ 4 ਹੈ 22 ਦੇ। ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਜਿਹੜੀ ਸੁਤੰਤਰਤਾ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਅਸੀਂ ਸੁਤੰਤਰ ਰੂਪ ਦੇ ਵਿੱਚ ਭਾਸ਼ਣ ਅਤੇ ਵਿਚਾਰ ਜਿਹੜੇ ਹੈ ਉਹ ਪ੍ਰਗਟਾ ਸਕਦੇ ਹਾਂ। ਸੋ ਇਸ ਸੰਬੰਧੀ ਜਿਹੜਾ ਭਾਰਤੀ ਸੰਵਿਧਾਨ ਦਾ ਅਨੁਛੇਦ 19 ਜਿਹੜਾ ਹੈ ਉਹ ਐਕਸਪਲੇਨ ਕਰਦਾ ਹੈ ਇਸ ਬਾਰੇ। ਨੈਕਸਟ ਹੈ 9 ਨੰਬਰ, ਕਿਸ ਅਨੁਛੇਦ ਦੇ ਵਿੱਚ ਪ੍ਰੈਸ ਦੀ ਸੁਤੰਤਰਤਾ ਦਾ ਵਰਣਨ ਕੀਤਾ ਗਿਆ ਹੈ? ਸੋ ਆਪਸ਼ਨ 1 ਹੈ 18 ਨੰਬਰ, ਆਪਸ਼ਨ 2 ਹੈ 21 ਨੰਬਰ, ਆਪਸ਼ਨ 3 ਹੈ 19 ਨੰਬਰ ਅਤੇ ਆਪਸ਼ਨ 4 ਹੈ ਕੋਈ ਨਹੀਂ। ਸੋ ਅਸੀਂ ਗੱਲ ਕੀਤੀ ਸੀ ਕਿ ਪ੍ਰੈਸ ਦੀ ਸੁਤੰਤਰਤਾ, ਵੈਸੇ ਥਿਊਰੀ ਦੇ ਵਿੱਚ ਵੀ ਮੈਂ ਐਕਸਪਲੇਨ ਕੀਤਾ ਸੀਗਾ ਕਿ ਜਿਹੜੀ ਪ੍ਰੈਸ ਦੀ ਸੁਤੰਤਰਤਾ ਹੈ ਉਹ ਵੈਸੇ ਹੀ ਇਨਕਲੂਡ ਹੈ ਕਿ ਜਿਹੜੀ ਪ੍ਰੈਸ ਹੈ ਉਹ ਸੁਤੰਤਰ ਰੂਪ ਦੇ ਵਿੱਚ ਕੰਮ ਕਰੇਗੀ, ਬਟ ਉਹਦੇ ਲਈ ਕੋਈ ਵਿਸ਼ੇਸ਼ ਆਰਟੀਕਲ ਜਿਹੜਾ ਉਹ ਨਹੀਂ ਬਣਿਆ ਹੋਇਆ, ਇਹ ਸੁਤੰਤਰਤਾ ਦੇ ਅਧੀਨ ਹੀ ਆਉਂਦੀ ਹੈ ਅਤੇ ਇਸ ਲਈ ਭਾਸ਼ਣ ਜਿਹੜਾ ਹੈ ਨਾ ਔਰ ਇਸ ਤੋਂ ਇਲਾਵਾ ਵਿਚਾਰ ਪ੍ਰਗਟਾਉਣ ਦੀ ਜਿਹੜੀ ਸੁਤੰਤਰਤਾ ਹੈ ਉਸੇ ਦੇ ਵਿੱਚ ਹੀ ਇਸ ਨੂੰ ਜਿਹੜਾ ਇਨਕਲੂਡ ਕੀਤਾ ਜਾਂਦਾ ਹੈ। ਸੋ ਇਸ ਲਈ ਕੋਈ ਵਿਸ਼ੇਸ਼ ਆਰਟੀਕਲ ਜਿਹੜਾ ਨਹੀਂ ਬਣਿਆ ਹੋਇਆ ਕਿ ਪ੍ਰੈਸ ਦੀ ਸੁਤੰਤਰਤਾ ਦਾ ਵਰਣਨ ਕੀਤਾ ਗਿਆ ਹੋਵੇ। ਨੈਕਸਟ ਹੈ 10 ਨੰਬਰ, 93 ਸੰਵਿਧਾਨਕ ਸੋਧ ਕਿਸ ਨਾਲ ਸੰਬੰਧਿਤ ਹੈ? ਸੋ ਆਪਸ਼ਨ 1 ਹੈ ਸਿੱਖਿਆ ਦੇ ਨਾਲ, ਆਪਸ਼ਨ 2 ਹੈ ਰੋਜ਼ਗਾਰ ਦੇ ਨਾਲ, ਆਪਸ਼ਨ 3 ਹੈ ਭਾਸ਼ਣ ਦੇਣ ਦੇ ਨਾਲ ਅਤੇ ਆਪਸ਼ਨ 4 ਹੈ ਚੋਣਾਂ ਦੇ ਲਈ। ਸੋ ਸੰਵਿਧਾਨ ਦੀ 93 ਜਿਹੜੀ ਸੰਵਿਧਾਨਕ ਸੋਚ ਸੀ ਇਹ ਵਿਸ਼ੇਸ਼ ਤੌਰ ਦੇ ਉੱਪਰ ਸੰਬੰਧਿਤ ਸੀਗੀ ਐਜੂਕੇਸ਼ਨ ਦੇ ਨਾਲ, ਜਿਸ ਦੇ ਵਿੱਚ ਭਾਰਤ ਦੇ ਨਾਗਰਿਕਾਂ ਨੂੰ ਜੋ 6 ਤੋਂ 14 ਸਾਲ ਤੱਕ ਦੇ ਬੱਚੇ ਸੀ ਉਹਨਾਂ ਨੂੰ ਮੁਫਤ ਸਿੱਖਿਆ ਜਿਹੜੀ ਹੈ ਅਤੇ ਲਾਜ਼ਮੀ ਸਿੱਖਿਆ ਦੀ ਜਿਹੜੀ ਹੈ ਉਹ ਵਿਵਸਥਾ ਕੀਤੀ ਗਈ ਸੀ ਅਤੇ ਮੌਲਿਕ ਅਧਿਕਾਰਾਂ ਨੂੰ ਜਿਹੜਾ ਹੈ ਮੌਲਿਕ ਅਧਿਕਾਰਾਂ ਦੇ ਵਿੱਚ ਸਿੱਖਿਆ ਦਾ ਅਧਿਕਾਰ ਜਿਹੜਾ ਹੈ ਅਨੁਛੇਦ 21A ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਸੀਗਾ। ਨੈਕਸਟ ਹੈ 11 ਨੰਬਰ, 86ਵੀਂ ਸੰਵਿਧਾਨਕ ਸੋਧ ਦੁਆਰਾ ਕਿੰਨੇ ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਸਿੱਖਿਆ ਲਾਜ਼ਮੀ ਹੈ? ਸੋ ਆਪਸ਼ਨ 1 ਹੈ 12 ਤੋਂ 14, ਆਪਸ਼ਨ 2 ਹੈ 6 ਤੋਂ 14, ਆਪਸ਼ਨ 3 ਹੈ 7 ਤੋਂ 14 ਅਤੇ ਆਪਸ਼ਨ 4 ਹੈ 8 ਤੋਂ 14। ਸੋ 86ਵੀਂ ਜਿਹੜੀ ਸੰਵਿਧਾਨਕ ਸੋਧ ਹੋਈ ਸੀ ਸੋ ਵੀ ਐਜੂਕੇਸ਼ਨ ਦੇ ਨਾਲ ਸੰਬੰਧ ਸੀ। ਸੋ ਇਸ ਦੇ ਵਿੱਚ ਵੀ ਇਹ ਵਿਵਸਥਾ ਕੀਤੀ ਗਈ ਸੀ ਕਿ ਭਾਰਤ ਦੇ ਨਾਗਰਿਕਾਂ ਨੂੰ ਜਿਹੜੇ ਕਿ 6 ਤੋਂ 14 ਸਾਲ ਤੱਕ ਦੇ ਬੱਚੇ ਨੇ ਸੋ ਉਹਨਾਂ ਨੂੰ ਮੁਫਤ ਤੇ ਲਾਜ਼ਮੀ ਜਿਹੜੀ ਸਿੱਖਿਆ ਹੈ ਉਹ ਪ੍ਰੋਵਾਈਡ ਕੀਤੀ ਜਾਊਗੀ। ਠੀਕ ਹੈ, ਯਾਨੀ ਕਿ ਸਿੱਖਿਆ ਜਿਹੜੀ ਹੈ ਉਹ ਲਾਜ਼ਮੀ ਕਰ ਦਿੱਤੀ ਗਈ ਸੀ 6 ਤੋਂ 14 ਸਾਲ ਤੱਕ ਦੇ ਬੱਚਿਆਂ ਲਈ। ਨੈਕਸਟ ਹੈ 12 ਨੰਬਰ, ਸੰਵਿਧਾਨ ਦੇ ਅਨੁਛੇਦ 45 ਅਧੀਨ ਇੱਕ ਨਿਰਦੇਸ਼ਕ ਸਿਧਾਂਤ ਦੀ ਵਿਵਸਥਾ ਸੀ। ਸੋ ਆਪਸ਼ਨ 1 ਹੈ ਸਿੱਖਿਆ ਦੀ, ਆਪਸ਼ਨ 2 ਹੈ ਵਪਾਰ ਕਰਨ ਦੀ, ਆਪਸ਼ਨ 3 ਹੈ ਘੁੰਮਣ ਫਿਰਨ ਦੀ ਅਤੇ ਆਪਸ਼ਨ 4 ਹੈ ਸੁਤੰਤਰਤਾ ਦੀ। ਤਾਂ ਅਨੁਛੇਦ 45 ਦੇ ਅਧੀਨ ਇਹ ਵਿਵਸਥਾ ਕੀਤੀ ਗਈ ਹੈ ਕਿ ਭਾਰਤ ਦੇ ਨਾਗਰਿਕਾਂ ਨੂੰ ਜਿਹੜਾ ਹੈ ਉਹ ਸਿੱਖਿਆ ਪ੍ਰੋਵਾਈਡ ਕੀਤੀ ਜਾਊਗੀ ਮੁਫਤ ਅਤੇ ਲਾਜ਼ਮੀ। ਠੀਕ ਹੈ ਜੀ। ਨੈਕਸਟ ਹੈ ਯਾਨੀ ਕਿ ਰਾਜ ਪ੍ਰਬੰਧ ਕਰੇਗਾ ਇਸ ਦਾ। 13 ਨੰਬਰ, ਸ਼ੋਸ਼ਣ ਦੇ ਵਿਰੁੱਧ ਅਧਿਕਾਰ ਕਿਸ ਆਰਟੀਕਲ ਦੇ ਅਧੀਨ ਹੈ? ਸੋ ਆਪਸ਼ਨ 1 ਹੈ 25 ਤੋਂ 24 ਤੋਂ 25 ਆਰਟੀਕਲ, ਆਪਸ਼ਨ 2 ਹੈ 23 ਤੋਂ 24, ਆਪਸ਼ਨ 3 ਹੈ 23 ਤੋਂ 25 ਅਤੇ ਆਪਸ਼ਨ 4 ਹੈ 24 ਤੋਂ 26। ਸੋ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਜਿਹੜਾ ਹੈ ਉਹ ਇਹਨਾਂ ਦੇ ਵਿੱਚੋਂ ਸੰਬੰਧਿਤ ਹੈ ਜੀ ਆਰਟੀਕਲ 23 ਤੋਂ 24 ਨਾਲ। ਸੋ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਚਾਹੇ ਔਰਤ ਹੈ, ਚਾਹੇ ਬੱਚਾ ਹੈ, ਚਾਹੇ ਮਰਦ ਹੈ, ਸੋ ਉਸ ਦੇ ਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਸ਼ੋਸ਼ਣ ਨਹੀਂ ਕੀਤਾ ਜਾਊਗਾ। ਸੋ ਉਸ ਵਿਰੁੱਧ ਜਿਹੜੀ ਕਾਨੂੰਨ ਉਹ ਸਜ਼ਾ ਦੇਣ ਦੀ ਸ਼ਕਤੀ ਰੱਖਦਾ ਹੈ। ਨੈਕਸਟ ਹੈ 14 ਨੰਬਰ, ਸੰਵਿਧਾਨਿਕ ਉਪਚਾਰਾਤਮਕ ਦਾ ਅਧਿਕਾਰ ਦੀ ਵਿਵਸਥਾ ਹੈ। ਸੋ ਇਹ ਬਹੁਤ ਇੰਪੋਰਟੈਂਟ ਹੈ। ਸੋ ਆਪਸ਼ਨ 1 ਹੈ ਅਨੁਛੇਦ 51, ਆਪਸ਼ਨ 2 ਹੈ ਅਨੁਛੇਦ 32, ਆਪਸ਼ਨ 3 ਹੈ ਅਨੁਛੇਦ 33 ਅਤੇ ਆਪਸ਼ਨ 4 ਹੈ ਅਨੁਛੇਦ 34। ਸੋ ਸੰਵਿਧਾਨਿਕ ਉਪਚਾਰ ਹੈ ਕਿ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਜਦੋਂ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਨਾ ਵਿਵਸਥਾ ਕਰਦੇ ਹਾਂ, ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹਾਂ। ਸੋ ਇਹ ਸੰਵਿਧਾਨਿਕ ਸ਼ਕਤੀ ਸਾਨੂੰ ਦਿੱਤੀ ਗਈ ਹੈ ਹਰ ਇੱਕ ਨਾਗਰਿਕ ਨੂੰ। ਜੇਕਰ ਵੀ ਸਾਡੇ ਫੰਡਾਮੈਂਟਲ ਰਾਈਟਸ ਲਾਗੂ ਨਹੀਂ ਕਰਦਾ ਰਾਜ ਤਾਂ ਉਸ ਪ੍ਰਤੀ ਅਸੀਂ ਸਾਡੀ ਸੁਪਰੀਮ ਕੋਰਟ ਕੋਲ ਜਾ ਸਕਦੇ ਹਾਂ, ਨਿਆਂ ਲੈ ਸਕਦੇ ਹਾਂ ਔਰ ਇਸ ਦੀ ਵਿਵਸਥਾ ਜਿਹੜੀ ਹੈ ਉਹ ਆਰਟੀਕਲ 32 ਦੇ ਵਿੱਚ ਕੀਤੀ ਗਈ ਹੈ। ਸੋ ਇਹ ਸੀਗੇ ਕੁਛ MCQ ਜੋ ਕਿ ਕਾਫੀ ਇੰਪੋਰਟੈਂਟ ਰਹਿਣਗੇ ਤੁਹਾਨੂੰ, ਔਰ ਇਸ ਤੋਂ ਇਲਾਵਾ ਜਿਹੜਾ ਹੈ ਨਾ ਕੁਛ ਹੋਰ MCQ ਵੀ ਰਹਿਣਗੇ ਜੋ ਆਪਾਂ ਅਲੱਗ ਤੋਂ ਡਿਸਕਸ ਕਰਾਂਗੇ, ਬਟ ਜਿਹੜੇ ਇੰਪੋਰਟੈਂਟ ਸੀਗੇ ਉਹ ਇਹਨਾਂ ਦੇ ਨਾਲ ਇਨਕਲੂਡ ਕੀਤੇ ਨੇ। ਔਰ ਕੋਸ਼ਿਸ਼ ਰਹੇਗੀ ਕਿ ਨੈਕਸਟ ਥਿਊਰੀ ਦੇ ਵਿੱਚ ਵੀ ਕੁਝ ਅਜਿਹਾ ਹੀ ਵਾਪਰੇ, ਯਾਨੀ ਕਿ ਤੁਹਾਨੂੰ ਜਿਹੜੇ ਕੁਛ MCQ ਰਹਿਣਗੇ ਉਹ ਨਾਲ ਅਟੈਚ ਕਰ ਦਿਆ ਕਰਾਂਗੇ ਤਾਂ ਕਿ ਅੱਛਾ ਜਿਹੜੀ ਕਲਾਸ ਉਹਨਾਂ ਇੰਪੈਕਟ ਕਰੇ। ਔਰ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।